स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। ਸ਼ਮਾਦਾਨ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ 'ਚ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ। ਮੇਰੇ ਵੱਲੋਂ ਯਾਨੀ ਕਿ ਦਲਬੀਰ ਬਰਾੜ ਵੱਲੋਂ ਅਤੇ ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਸਿੰਘ ਜੀ ਢਿੱਲੋਂ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਜ ਦਿਨ ਸ਼ੁੱਕਰਵਾਰ ਜੁਲਾਈ ਮਹੀਨੇ ਦੀ 22 ਤਰੀਕ ਹੈ ਅਤੇ ਸਮਾਂ ਜੀ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 6:30 ਵਜੇ। ਤੁਸੀਂ ਮੇਰੇ ਨਾਲ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਬਠਿੰਡਾ ਸਟੂਡੀਓ ਤੋਂ ਲਾਈਵ ਜੁੜ ਚੁੱਕੇ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਭਾਰਤੀ ਸਮੇਂ ਅਨੁਸਾਰ ਸ਼ਾਮ ਦੇ 6:30 'ਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਜੀ। ਅਤੇ ਅੱਜ ਦੀਆਂ ਚਰਚਿਤ ਖਬਰਾਂ 'ਤੇ ਟੀਕਾ ਟਿੱਪਣੀ ਲਈ ਸਾਡੇ ਨਾਲ ਨੇ, ਜਿਵੇਂ ਕਿ ਤੁਹਾਨੂੰ ਦੱਸਿਆ, ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਸਿੰਘ ਜੀ ਢਿੱਲੋਂ। ਢਿੱਲੋਂ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਧੰਨਵਾਦ, ਮਿਹਰਬਾਨੀ ਦਲਵੀਰ ਜੀ, ਵੈਲਕਮ। ਢਿੱਲੋਂ ਸਾਹਿਬ, ਰਿਕਾਰਡ ਕਈ ਬਣੇ ਆ। ਇੱਕ ਕੌਂਸਲਰ ਤੋਂ ਰਾਸ਼ਟਰਪਤੀ ਤੱਕ ਦਾ ਸਫ਼ਰ ਕਿਵੇਂ ਬਿਆਨ ਕਰਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਦ੍ਰੋਪਦੀ ਮੁਰਮੂ ਉਹ ਸਾਡੇ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ ਔਰ ਉਹਨਾਂ ਨੇ ਆਪਣੇ ਇੱਕੋ ਇੱਕ ਵਿਰੋਧੀ ਜਸਵੰਤ ਸਿਨਹਾ ਹੋਰਾਂ ਨੂੰ ਬਹੁਤ ਵੱਡੇ ਫਰਕ ਨਾਲ ਹਰਾਇਆ ਜੀ। ਜਸਵੰਤ ਸਿਨਹਾ ਹੋਰਾਂ ਨੇ ਵੀ ਬਹੁਤ ਵੱਡਾ ਦਿਲ ਦਿਖਾਇਆ। ਉਹਨਾਂ ਨੇ ਮੈਡਮ ਮੁਰਮੂ ਨੂੰ ਵਧਾਈ ਦਿੱਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਮੈਂ ਜਿਹੜੀ ਇਲੈਕਸ਼ਨ ਲੜੀ ਹੈ, ਮੈਨੂੰ ਰਿਜ਼ਲਟ ਦਾ ਪਹਿਲਾਂ ਹੀ ਪਤਾ ਸੀ ਕਿ ਰਿਜ਼ਲਟ ਕੀ ਨਿਕਲੂਗਾ ਜੀ, ਲੇਕਿਨ ਮੈਂ ਸੰਵਿਧਾਨ ਨੂੰ ਬਚਾਉਣ ਵਾਸਤੇ, ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਵਾਸਤੇ ਵਿਰੋਧੀ ਧਿਰਾਂ ਨੇ ਜਿਹੜੀ ਮੇਰੇ 'ਚ ਵਿਸ਼ਵਾਸ ਪ੍ਰਗਟ ਕੀਤਾ, ਉਹਦੀ ਬਦੌਲਤ ਮੈਂ ਇਹ ਚੋਣ ਲੜੀ ਹੈ ਜੀ। ਮਤਲਬ ਉਹਨਾਂ ਨੂੰ ਵੀ ਪਤਾ ਸੀ ਕਿ ਮੈਂ ਹਾਰ ਜਾਣਾ, ਇਹ ਵੀ ਪਤਾ ਸੀ ਕਿ ਹਾਰਨਾ ਵੀ ਸਵਾਰ ਕੇ ਹੈ ਜੀ। ਪਰ ਇਹਦੇ ਬਾਵਜੂਦ, ਕਿਉਂਕਿ ਜੇ ਡੈਮੋਕ੍ਰੇਸੀ ਦੇ ਵਿੱਚ ਮੁਕਾਬਲਾ ਨਾ ਕੀਤਾ ਜਾਵੇ, ਵਿਚਾਰਾਂ ਦੇ ਵਖਰੇਵੇਂ ਦੀ ਗੱਲ ਨਾ ਕੀਤੀ ਜਾਵੇ ਜੀ, ਕਿ ਵਿਰੋਧੀ ਕੈਂਡੀਡੇਟ ਦੀ ਜਿਹੜੀ ਹੈਗੀ ਹੈ ਵਿਚਾਰਧਾਰਾ ਕੀ ਹੈ ਅਤੇ ਮੇਰੀ ਕੀ ਹੈ, ਤਾਂ ਫਿਰ ਵੀ ਸਵਾਦ ਨਹੀਂ ਹੋਣਾ ਜੀ। ਸੋ ਜਿੰਨੀਆਂ ਵੀ ਵੋਟਾਂ ਪਈਆਂ, ਮੈਂ ਸਮਝਦਾ ਮੈਂ ਉਹਨਾਂ ਨੂੰ ਵੀ ਕੰਗਰੈਚੂਲੇਟ ਕਰਦਾ ਕਿ ਉਹ ਵੀ ਬੜੇ ਉੱਚ ਪਾਏ ਦੇ ਇਨਸਾਨ ਹੈਗੇ ਅਤੇ ਵਧਾਈ ਅਸੀਂ ਮੈਡਮ ਮੁਰਮੂ ਨੂੰ ਵੀ ਦਿੰਦੇ, ਜਿਹੜੇ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ ਔਰ 25 ਤਾਰੀਖ ਨੂੰ ਇਹਨਾਂ ਨੇ ਚਾਰਜ ਲੈ ਲੈਣਾ ਜੀ। ਮੈਡਮ ਮੁਰਮੂ ਬਾਰੇ ਜੇ ਆਪਾਂ ਗੱਲ ਦੇਖੀਏ ਤਾਂ ਉਹ ਬਹੁਤ ਹੀ ਪਛੜੇ ਹੋਏ ਇਲਾਕੇ 'ਚੋਂ ਔਰ ਭਾਰਤ ਦੇ ਅੱਤ ਪਛੜੇ ਭਾਈਚਾਰਿਆਂ ਦੇ ਵਿੱਚੋਂ ਆਉਂਦੇ ਹੈ ਜੀ। ਗਰੀਬੀ ਦੇ ਵਿੱਚੋਂ ਉੱਠ ਕੇ ਪੜ੍ਹਾਈ ਲਿਖਾਈ ਕਰਨਾ, ਆਪਣੀ ਜ਼ਿੰਦਗੀ ਦਾ ਫੈਸਲਾ ਕਰਨਾ, ਸਿਆਸਤ ਦਾ ਰਾਹ ਅਖਤਿਆਰ ਕਰਨਾ, ਸਮਾਜ ਸੇਵਾ ਦਾ ਰਾਹ ਅਖਤਿਆਰ ਕਰਨਾ, ਇਹ ਗੁਣ ਜਿਹੜੇ ਹੁੰਦੇ ਕੁਛ ਨਿੱਜੀ ਗੁਣ ਹੁੰਦੇ ਜੀ। ਔਰ ਉਹਨਾਂ ਨਿੱਜੀ ਗੁਣਾਂ ਦੇ ਚੱਲਦਿਆਂ ਲੋਕਾਂ ਦੀ ਨਜ਼ਰ ਦੇ ਵਿੱਚ ਆਉਣਾ, ਲੋਕਾਂ ਦੇ ਵਿੱਚ ਆਪਣਾ ਜਿਹੜਾ ਹੈ ਇੱਕ ਮੁਕਾਮ ਬਣਾਉਣਾ ਜੀ। ਅਤੇ ਫਿਰ ਉਹ ਮੁਕਾਮ ਬਣਾ ਕੇ ਕੋਈ ਉੱਚੀ ਪੋਜੀਸ਼ਨ ਹਾਸਲ ਕਰਨਾ, ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਕਿਸੇ ਬੰਦੇ ਦੇ ਵਿਅਕਤੀਗਤ ਗੁਣ ਵੀ ਹੁੰਦੇ ਜੀ। ਜੇ ਮੈਡਮ ਮੁਰਮੂ ਦੀ ਗੱਲ ਦੇਖੀਏ ਤਾਂ ਤਕਲੀਫਾਂ ਵੀ ਉਹਨਾਂ ਨੇ ਬਹੁਤ ਝੱਲੀਆਂ। ਤਕਲੀਫਾਂ 'ਤੇ ਆਪਾਂ ਮਗਰਾਉਣੇ ਹੈ। ਅਸਲ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਰਾਜਸੀ ਜੀਵਨ ਦੇ ਵਿੱਚ ਉਹਨਾਂ ਦੀ ਸ਼ੁਰੂਆਤ 1997 'ਚ ਹੁੰਦੀ ਹੈ ਜੀ। ਉੜੀਸਾ ਦੀ ਇੱਕ ਜਿਹੜੀ ਹੈਗੀ ਨੋਟੀਫਾਈਡ ਏਰੀਆ ਕੌਂਸਲ ਹੈ ਜਿਹਦਾ ਨਾਂ ਹੈ ਰਾਏ ਰੰਗਪੁਰ ਜੀ। ਰਾਏ ਰੰਗਪੁਰ ਤੋਂ ਉਹਨਾਂ ਨੇ ਚੋਣ ਲੜੀ ਸੀ ਜੀ। ਔਰ ਚੋਣ ਲੜੀ ਸੀ ਉਹਨਾਂ ਨੇ ਕੌਂਸਲ ਦੀ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਜੀ। ਔਰ ਫਿਰ ਉਹ ਜਦੋਂ ਕੌਂਸਲਰ ਚੁਣੇ ਗਏ, ਉਹ ਤੋਂ ਬਾਅਦ ਫਿਰ ਉਹ 2000 ਦੇ ਵਿੱਚ ਉੜੀਸਾ ਦੇ ਵਿੱਚ MLA ਬਣਦੇ ਹੈ ਜੀ। 2000 ਤੋਂ ਲੈ ਕੇ 2000 ਤੱਕ ਉਹ BJD ਜਿਹੜਾ ਬਿਜੂ ਜਨਤਾ ਦਲ ਅਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਸਰਕਾਰ ਦੇ ਵਿੱਚ ਮੰਤਰੀ ਬਣੇ ਜੀ। ਉਹ ਤੋਂ ਬਾਅਦ ਉਹਨਾਂ ਨੂੰ 2015 'ਚ ਝਾਰਖੰਡ ਦਾ ਰਾਜਪਾਲ ਬਣਾਤਾ, ਗਵਰਨਰ ਬਣਾਤਾ ਔਰ ਉਸ ਅਹੁਦੇ 'ਤੇ ਉਹ 2021 ਤੱਕ ਰਹੇ ਜੀ। ਜੇ ਆਪਾਂ ਉਹਨਾਂ ਦੀ देखिए बतौर पार्लियामेंटेरियन
ਜੀ ਪੋਜੀਸ਼ਨ ਤਾਂ ਉਹ ਵੀ ਉਹਨਾਂ ਦੀ ਬੜੀ ਕਮਾਲ ਦੀ ਹੈ। ਜੀ ਮੁਰਮੂ ਹੋਣਾ ਨੂੰ 2007 ਦੇ ਵਿੱਚ ਬਿਹਤਰੀਨ ਵਿਧਾਇਕ ਵਜੋਂ ਨੀਲਕਾਂਤ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਦੀ ਇੱਕ ਧੀ ਹੈ ਇਤੀਸਰੀ, ਜੀ ਤੇ ਉਹ ਉੜੀਸਾ ਦੀ ਇੱਕ ਬੈਂਕ ਦੇ ਵਿੱਚ ਸਧਾਰਨ ਕਰਮਚਾਰੀ ਹੈ। ਜੀ ਇਹ ਤੋਂ ਅੰਦਾਜ਼ਾ ਲਾਈਏ ਆਪਾਂ। ਜੇ ਤਕਲੀਫਾਂ ਦੀ ਗੱਲ ਕਰੀਏ ਤਾਂ ਜੀ। ਤਕਲੀਫਾਂ ਵੀ ਉਹਨਾਂ ਨੇ ਬਹੁਤ ਝੱਲੀਆਂ, ਤੇ ਉਹਨਾਂ ਤਕਲੀਫਾਂ ਦੇ ਵਿੱਚ ਜਿਹੜੀ ਹੈਗੀ ਹੈ, ਤੁਸੀਂ ਇਹ ਦੇਖੋ ਕਿ ਸੰਨ 2009 ਤੋਂ ਲੈ ਕੇ 2015 ਤੱਕ ਦਾ ਜਿਹੜਾ ਪੀਰੀਅਡ ਹੈ ਸਿਰਫ 6 ਸਾਲਾਂ ਦਾ ਹੈ। ਜੀ 6 ਸਾਲਾਂ ਦੇ ਵਿੱਚ ਉਹਨਾਂ ਦੇ ਪਤੀ ਦੀ ਮੌਤ ਹੋ ਜਾਂਦੀ ਹੈ, 2 ਪੁੱਤਰਾਂ ਦੀ ਮੌਤ ਹੁੰਦੀ ਹੈ, ਮਾਂ ਦੀ ਤੇ ਭਰਾ ਦੀ ਵੀ ਮੌਤ ਹੋ ਜਾਂਦੀ ਹੈ। ਜੀ 6 ਸਾਲਾਂ ਦੇ ਵਿੱਚ ਇੰਨੀਆਂ ਸੱਟਾਂ ਕਿਸੇ ਇਨਸਾਨ ਤੇ ਪੈ ਜਾਣ ਤੇ ਬੰਦਾ ਟੁੱਟ ਜਾਂਦਾ ਹੈ। ਜੀ ਲੇਕਿਨ ਮੈਡਮ ਦ੍ਰੋਪਦੀ ਮੁਰਮੂ ਉਹ ਥੋੜ੍ਹਾ ਜਿਹਾ ਮਤਲਬ ਫਰਸਟ੍ਰੇਟ ਤਾਂ ਹੋਏ, ਪਰ ਉਹ ਤੋਂ ਬਾਅਦ ਫਿਰ ਉਹਨਾਂ ਨੇ ਅਧਿਆਤਮਕ ਰਾਹ ਚੁਣ ਲਿਆ ਜੀ ਔਰ ਉਹ ਵਰਮ ਕੁਮਾਰੀਆ ਦੇ ਨਾਲ ਜਿਹੜੇ ਹੈ ਜੁੜ ਗਏ ਸੀ। ਹੁਣ ਜੇ ਅਸੀਂ ਦੇਖੀਏ ਉਹ ਰਾਸ਼ਟਰਪਤੀ ਸਾਡੇ ਬਣੇ, ਤੇ ਰਾਸ਼ਟਰਪਤੀ ਉਹ ਬਣੇ ਕਿਵੇਂ? ਜੀ ਪਹਿਲੀ ਗੱਲ ਤਾਂ ਹੈ ਕਿ ਉਹਨਾਂ ਨੇ ਆਪਣਾ ਨਾਂ ਬਣਾਇਆ। ਨਾਂ ਬਣਾਉਣ ਤੋਂ ਬਾਅਦ ਫਿਰ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਦੀ ਚੋਣ ਕੀਤੀ ਗਈ। ਖਾਸ ਕਰਕੇ ਜਿਹੜੀ ਉਹਨਾਂ ਦੀ ਚੋਣ ਕੀਤੀ ਹੈ ਉਹ ਕੀਤੀ ਹੈ ਨਰਿੰਦਰ ਮੋਦੀ ਹੋਰਾਂ ਨੇ। ਜੀ ਨਰਿੰਦਰ ਮੋਦੀ ਹੋਰਾਂ ਦਾ ਇੱਕ ਆਪ ਦਾ ਮਨੋਰਥ ਹੈ, ਜੀ ਆਪ ਦਾ ਸਵਾਰਥ ਹੈ। ਜੀ ਉਹ ਸਵਾਰਥ ਇਸ ਕਰਕੇ ਹੈ ਕਿ ਇਸ ਵੇਲੇ ਭਾਰਤ ਦੇ ਵਿੱਚ ਘੱਟ ਗਿਣਤੀਆਂ, ਜਿਨ੍ਹਾਂ ਨੂੰ ਅਸੀਂ ਮਿਨੋਰਿਟੀ ਭਾਈਚਾਰਾ ਕਹਿ ਦਿੰਦੇ ਹਾਂ, ਖਾਸ ਕਰਕੇ ਮੁਸਲਮਾਨ, ਸਿੱਖ, ਜੈਨੀ, ਬੋਧੀ, ਈਸਾਈ, ਇਹਨਾਂ ਦੀ ਸਥਿਤੀ ਕੋਈ ਬਹੁਤੀ ਚੰਗੀ ਨਹੀਂ। ਜੀ ਇਹਨਾਂ ਦੇ ਨਾਲ ਵੱਡੀ ਜਿਹੜੀ ਹੈ ਵੱਡਾ ਭਾਈਚਾਰਾ ਬਹੁ ਗਿਣਤੀ ਹੈ ਜਿਹੜੀ, ਉਹ ਬਹੁ ਗਿਣਤੀ ਵੱਲੋਂ ਵਿਤਕਰੇ ਕੀਤੇ ਜਾਂਦੇ ਆ। ਇਲਜ਼ਾਮ ਇਹ ਲੱਗਦੇ ਇਹਨਾਂ ਭਾਈਚਾਰਿਆਂ ਦੇ ਕੁਝ ਲੋਕਾਂ ਵੱਲੋਂ। ਜੀ ਜੇ ਅਸੀਂ ਦੇਖੀਏ ਤਾਂ ਸਾਡੇ ਦੇਸ਼ ਦੇ ਵਿੱਚ ਜਿਹੜਾ ਹੈਗਾ ਇੱਕ ਆਦਿਵਾਸੀ ਭਾਈਚਾਰਾ ਹੈ। ਆਦਿਵਾਸੀ ਭਾਈਚਾਰਾ ਬਹੁਤ ਬੁਰੀ ਤਰ੍ਹਾਂ ਪਛੜਿਆ ਵੀ ਹੋਇਆ ਹੈ। ਜੀ ਔਰ ਆਦਿਵਾਸੀ ਭਾਈਚਾਰਾ ਉਹ ਜ਼ਿਆਦਾਤਰ ਜਿਹੜੇ ਹੈ ਜੰਗਲਾਂ ਦੇ ਵਿੱਚ ਰਹਿੰਦੇ ਹੈ। ਜੀ ਜਲ, ਜੰਗਲ ਔਰ ਜ਼ਮੀਨ ਉਹਨਾਂ ਦੀ ਜ਼ਿੰਦਗੀ ਦਾ ਇੱਕ ਨਾਰਾ ਹੈ, ਔਰ ਉਹ ਜੰਗਲਾਂ ਨੂੰ ਬਚਾਉਣ ਵਾਸਤੇ ਜਦੋਜਹਿਦ ਕਰਦੇ ਆ। ਤੇ ਹੁਣ ਜਿਸ ਕਿਸਮ ਦਾ ਸਾਡੇ ਦੇਸ਼ ਦਾ ਮਾਹੌਲ ਹੈ, ਕਾਰਪੋਰੇਟ ਜਿਹੜਾ ਹੈਗਾ ਜਗਤ ਦੀ ਤੂਤੀ ਬੋਲਦੀ ਹੈ। ਆਮ ਤੌਰ 'ਤੇ ਜੇ ਆਪਾਂ ਦੇਖੀਏ ਆਦਿਵਾਸੀ ਇਲਾਕਿਆਂ ਦੇ ਵਿੱਚ ਜੇ ਕਿਸੇ ਕਿਸਮ ਦੀ ਕੋਈ ਤੁਸੀਂ ਡਿਵੈਲਪਮੈਂਟ ਦਾ ਕੰਮ ਕਰਨਾ ਆਉਣਾ ਹੈ, ਉਹਨਾਂ ਦੀ ਜ਼ਮੀਨ ਹਾਸਲ ਕਰਨੀ ਹੈ, ਤਾਂ ਉਨੀ ਦੇਰ ਤੱਕ ਜ਼ਮੀਨ ਹਾਸਲ ਨਹੀਂ ਕੀਤੀ ਜਾ ਸਕਦੀ ਜਿੰਨੀ ਦੇਰ ਤੱਕ 80% ਲੋਕਾਂ ਦੀ ਤੁਹਾਨੂੰ ਸਹਿਮਤੀ ਨਾ ਹੋਵੇ। ਜੀ ਲੇਕਿਨ ਪਿਛਲੇ ਦੌਰ ਦੇ ਵਿੱਚ ਆਪਾਂ ਦੇਖੀਏ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਦਰਗੁਜ਼ਰ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਆਦਿਵਾਸੀਆਂ ਦੀ ਜ਼ਮੀਨ ਜਿਹੜੀ ਅਕਵਾਇਰ ਕੀਤੀ ਜਾ ਰਹੀ ਹੈ। ਉਹਦੇ ਵਿਚਲੇ ਜਿਹੜੇ ਮਾਲ ਖਜ਼ਾਨੇ ਆ ਉਹ ਕਾਰਪੋਰੇਟਰ ਲੈ ਕੇ ਜਾ ਰਹੇ ਹੈ। ਉੱਥੇ ਵਿਰੋਧ ਹੁੰਦਾ ਹੈ, ਜੀ ਤੇ ਜਦੋਂ ਵਿਰੋਧ ਹੁੰਦਾ ਤਾਂ ਫਿਰ ਵਿਰੋਧ ਨੂੰ ਦਬਾਉਣ ਵਾਸਤੇ ਤਾਕਤ ਦੀ ਵਰਤੋਂ ਕੀਤੀ ਜਾਂਦੀ ਹੈ। ਤੇ ਜੇ ਉਹ ਆਪਣੇ ਰਵਾਇਤੀ ਹਥਿਆਰਾਂ ਦੇ ਨਾਲ ਉਹਦਾ ਵਿਰੋਧ ਕਰਦੇ ਤਾਂ ਫਿਰ ਉਹਨਾਂ ਨੂੰ ਨਕਸਲਵਾਦੀ, ਮਾਓਵਾਦੀ, ਅੱਤਵਾਦੀ ਵਗੈਰਾ ਵਗੈਰਾ ਕਹਿ ਕੇ ਉਹਨਾਂ ਦੇ ਨਾਲ ਫਿਰ ਬਹੁਤ ਜ਼ਿਆਦਾ ਦਰਿੰਦਗੀ ਨਾਲ ਪੇਸ਼ ਆਇਆ ਜਾਂਦਾ ਹੈ। ਜੀ ਅਜਿਹੇ ਹਾਲਾਤਾਂ ਦੇ ਵਿੱਚ 2024 ਦੀਆਂ ਚੋਣਾਂ ਆ ਰਹੀਆਂ। 2024 ਦੀਆਂ ਚੋਣਾਂ ਦੇ ਵਿੱਚ ਸਥਿਤੀ ਭਾਰਤੀ ਜਨਤਾ ਪਾਰਟੀ ਨੂੰ ਦਿਖੀ ਜਾਂਦੀ ਹੈ ਕਿ ਜੇ ਸਾਰਾ ਮਾਈਨੋਰਿਟੀ ਭਾਈਚਾਰਾ ਔਰ ਪਛੜੇ ਲੋਕ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਂਦੇ ਹੈ ਤਾਂ ਜੀ ਇਹਦੇ ਨਾਲ ਸਾਨੂੰ ਨੁਕਸਾਨ ਹੋ ਸਕਦਾ ਹੈ। ਜੀ ਹਾਲਾਂਕਿ ਹਾਲਾਤ ਕੋਈ ਅਜਿਹੇ ਬਣਦੇ ਨਹੀਂ, ਕਿਉਂਕਿ ਭਾਰਤ ਦੀ ਆਪੋਜੀਸ਼ਨ ਜਿਹੜੀ ਖੇਡੀ ਪੀੜੀ ਹੈ, ਜਿਹੜੀ ਮੇਨ ਵਿਰੋਧੀ ਧਿਰ ਦੀ ਪਾਰਟੀ ਹੈ ਕਾਂਗਰਸ ਪਾਰਟੀ, ਭਾਵੇਂ ਅੱਜ ਵੀ ਕਾਂਗਰਸ ਪਾਰਟੀ ਦੇ ਕੋਲ ਇੱਕ ਚੰਗਾ ਵੋਟ ਬੈਂਕ ਹੈ, ਲੇਕਿਨ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਇੰਨੀ ਬੇਕਾਰ ਹੋ ਚੁੱਕੀ ਹੈ, ਉਹਨਾਂ ਨੂੰ ਜੀ। ਸਮਝ ਹੀ ਨਹੀਂ ਆਉਂਦੀ ਕਿ ਅਸੀਂ ਕੀ ਕਰੀਏ। ਜਿਹੜਾ ਵੀ ਉਹ ਸਟੈਪ ਚੁੱਕਦੇ ਹੈ ਉਹ ਸਟੈਪ ਉਹ ਆਤਮਘਾਤੀ ਚੁੱਕਦੇ, ਉਹਨਾਂ ਦੇ ਖਿਲਾਫ ਹੀ ਜਾਂਦਾ ਹੈ। ਜੀ ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਚੰਗੀ ਭਲੀ ਚੱਲਦੀ ਸਰਕਾਰ ਸੀ, ਤੇ ਜੇ ਕਾਂਗਰਸ ਪਾਰਟੀ ਐਨ ਆਖਰੀ ਸਮੇਂ ਦੇ ਉੱਤੇ ਆ ਕੇ ਲੀਡਰਸ਼ਿਪ ਦੇ ਵਿੱਚ ਤਬਦੀਲੀ ਨਾ ਕਰਦੀ, ਪਹਿਲਾਂ ਅਮਰਿੰਦਰ ਸਿੰਘ ਨੂੰ ਹਟਾਇਆ ਕੈਪਟਨ ਤੋਂ ਬਾਅਦ ਚੰਨੀ ਲਿਆਂਦਾ, ਫਿਰ ਜਾਖੜ ਨੂੰ ਹਟਾਇਆ, ਤੇ ਸਥਿਤੀ ਕਰਦਿਆਂ ਕੀ ਹੋ ਗਈ ਕਿ ਹੁਣ ਕਾਂਗਰਸ ਖੜੀ ਕੀਤੀ ਹੈ। ਜੀ ਔਰ ਕਾਂਗਰਸ ਪਾਰਟੀ ਦੇ ਜਿਹੜੇ ਹੈਗੇ ਕਹਿੰਦੇ ਕਹਾਉਂਦੇ ਬੰਦੇ, ਖਾਸ ਕਰਕੇ ਜੇ ਆਪਾਂ ਦੇਖੀਏ ਦਲਿਤ ਭਾਈਚਾਰੇ 'ਚੋਂ ਡਾਕਟਰ ਰਾਜਕੁਮਾਰ ਵੇਰਕਾ ਵਰਗੇ ਵੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਉਹ ਬੀਜੇਪੀ ਜਾ ਰਹੇ ਹੈ। ਜੀ ਸੋ ਨੁਕਸਾਨ ਕਾਫੀ ਹੋਇਆ, ਪਰ ਫਿਰ ਵੀ ਕਿਉਂਕਿ ਨਰਿੰਦਰ ਮੋਦੀ ਹੋਰੀ ਬਹੁਤ ਦੂਰ ਅੰਦੇਸ਼ੀ ਹੈ, ਜੀ। ਉਹਨਾਂ ਨੂੰ ਇਸ ਗੱਲ ਦਾ ਪਤਾ, ਉਹਨਾਂ ਨੂੰ ਇੱਕ ਕਲਾਕਾਰੀ ਆਉਂਦੀ ਹੈ ਕਿ ਅਸੀਂ ਕਿਵੇਂ ਬੰਦਿਆਂ ਨੂੰ ਬੇਨੋਵਰ ਕਰਨਾ ਹੈ। ਜੀ। ਕਾਸ਼ ਅੱਜ ਜੇ ਜਿੱਥੇ ਨਰਿੰਦਰ ਮੋਦੀ ਹੈ ਇਸ ਥਾਂ ਦੇ ਉੱਤੇ ਜੇ ਰਾਹੁਲ ਗਾਂਧੀ ਹੁੰਦਾ ਤਾਂ ਰਾਹੁਲ ਗਾਂਧੀ ਨੇ ਕਿਸੇ ਆਦਿਵਾਸੀ ਔਰਤ ਨੂੰ ਨਹੀਂ ਚੁਣਨਾ ਸੀ ਕਿ ਆਪਾਂ ਪ੍ਰਧਾਨ ਮੰਤਰੀ, ਆਪਣਾ ਪ੍ਰੈਜ਼ੀਡੈਂਟ ਇਹਨੂੰ ਬਣਾ ਦਈਏ, ਦੇਸ਼ ਦਾ ਰਾਸ਼ਟਰਪਤੀ ਇਹਨੂੰ ਬਣਾ ਦਈਏ। ਉਹਨਾਂ ਨੇ ਦੇਖਣਾ ਸੀ ਕਿ ਮੇਰਾ ਮਿੱਤਰ ਕੌਣ ਹੈ, ਜੀ ਉਹਨੇ ਮਿੱਤਰ ਦੇਖਣਾ ਸੀ। ਲੇਕਿਨ ਨਰਿੰਦਰ ਮੋਦੀ ਨੇ ਇਹ ਨਹੀਂ ਦੇਖਿਆ ਕਿ ਮੈਂ ਕਿਸੇ ਆਪਣੇ ਮਿੱਤਰ ਨੂੰ ਬਣਾਉਣਾ। ਮਿੱਤਰਾਂ ਨੂੰ ਬੜਾ ਫਾਇਦਾ ਦਿੱਤਾ ਜਾ ਰਿਹਾ, ਜੀ। ਕਾਰਪੋਰੇਟ ਅਦਾਨੀ ਅੰਬਾਨੀ ਹੋਰਾਂ ਨੂੰ ਬਹੁਤ
ਮੌਜਾਂ ਕਰਵਾਈਆਂ ਜਾ ਰਹੀਆਂ। ਲੇਕਿਨ ਜਦੋਂ ਚੋਣ ਕਰਨੀ ਸੀ ਉਦੋਂ ਉਹਨਾਂ ਨੇ ਦ੍ਰੋਪਦੀ ਮੁਰਮੂ ਦੀ ਕੀਤੀ। ਯਾਰ ਦ੍ਰੋਪਦੀ ਮੁਰਮੂ ਤੇ ਕੋਈ ਅਹਿਸਾਨ ਨਹੀਂ ਕੀਤਾ ਜੀ, ਉਹਦੀ ਆਪਦੀ ਮਿਹਨਤ ਆਪਦੀ ਥਾਂ ਦਿੱਤੀ ਹੈ। ਲੇਕਿਨ ਕਿਉਂਕਿ ਜਿਹੜੀ ਉਹਦੀ ਸ਼ਖਸੀਅਤ ਆ, ਉਸ ਸ਼ਖਸੀਅਤ ਨੂੰ ਇਸਤੇਮਾਲ ਕਰਕੇ ਆਦਿਵਾਸੀ ਤੇ ਪਛੜੇ ਵਰਗਾਂ ਦੀਆਂ ਵੋਟਾਂ ਹਾਸਲ ਕਰਨਗੇ। ਜੀ, ਇਹ ਉਹਨਾਂ ਦਾ ਮਨੋਰਥ ਹੈ। ਚਲੋ ਉਹਨਾਂ ਦਾ ਆਪਦਾ ਮਨੋਰਥ ਹੈ, ਪਰ ਫਿਰ ਵੀ ਇੱਕ ਪਛੜੇ ਸਮਾਜ ਦੇ ਵਿੱਚੋਂ, ਪਛੜੇ ਭਾਈਚਾਰੇ ਦੇ ਵਿੱਚੋਂ ਚੱਲ ਕੇ ਪਹਿਲਾਂ ਕੌਂਸਲਰ ਬਣਨਾ, ਫਿਰ ਕੌਂਸਲਰ ਤੋਂ ਦੇਸ਼ ਦੇ ਰਾਸ਼ਟਰਪਤੀ ਤੱਕ ਪਹੁੰਚਣਾ, ਇਹ ਉਹਨਾਂ ਦੀ ਇੱਕ ਪ੍ਰਾਪਤੀ ਹੈ ਅਤੇ ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਵੈਸੇ ਉਹਨਾਂ ਦੇ ਰਾਸ਼ਟਰਪਤੀ ਬਣਨ ਨਾਲ ਜੇ ਆਪਾਂ ਇਹ ਕਹਿ ਦਈਏ ਕਿ ਪਛੜੇ ਭਾਈਚਾਰੇ ਦੇ, ਗਰੀਬਾਂ ਦੇ, ਆਦਿਵਾਸੀਆਂ ਦੇ ਜੀਵਨ ਪੱਧਰ ਦੇ ਵਿੱਚ ਕੋਈ ਬੁਨਿਆਦੀ ਤਬਦੀਲੀ ਹੈ ਜੋ ਨਹੀਂ ਆਉਣੀ, ਉਹਦੇ ਬਾਰੇ ਅਸੀਂ ਕਲੀਅਰ ਆ। ਜੇ ਉਹ ਆਉਣੀ ਹੁੰਦੀ ਤਾਂ ਜਦੋਂ ਸਾਡੇ ਅਬੁਲ ਕਲਾਮ ਆਜ਼ਾਦ ਸਾਹਿਬ ਦੇਸ਼ ਦੇ ਰਾਸ਼ਟਰਪਤੀ ਬਣੇ ਅਤੇ ਉਹ ਤੋਂ ਬਾਅਦ ਆਪਾਂ ਨੂੰ ਪਤਾ ਕਿ ਮੁਸਲਮਾਨਾਂ ਦਾ ਜੀਵਨ ਪੱਧਰ ਕਿੰਨਾ ਕੁ ਉੱਚਾ ਗਿਆ। ਜੀ, ਜਿਵੇਂ ਪਹਿਲਾਂ ਮੁਸਲਮਾਨਾਂ ਨਾਲ ਧੱਕੇਸ਼ਾਹੀਆਂ ਹੁੰਦੀਆਂ ਸੀ, ਅੱਜ ਵੀ ਹੁੰਦੀਆਂ, ਉਦੋਂ ਰਾਸ਼ਟਰਪਤੀ ਬਣਾਉਣ ਦਾ ਮਤਲਬ ਇਹ ਸੀ ਕਿ ਦੁਨੀਆ ਨੂੰ ਇਹ ਦਿਖਾਉਣਾ ਕਿ ਜੀ ਇਸ ਦੇਸ਼ ਦੇ ਵਿੱਚ ਰਾਸ਼ਟਰਪਤੀ ਉਹ ਵੀ ਬਣ ਸਕਦਾ ਜਿਹੜਾ ਇੱਕ ਘੱਟ ਗਿਣਤੀ ਭਾਈਚਾਰੇ ਦੇ ਵਿੱਚੋਂ ਹੈ। ਜਿਵੇਂ ਆਪਾਂ ਦੇਖਦੇ ਹਾਂ, ਬਿਲਕੁਲ ਉਸੇ ਤਰੀਕੇ ਨਾਲ ਮੈਡਮ ਮੁਰਮੂ ਨੂੰ ਰਾਸ਼ਟਰਪਤੀ ਬਣਾ ਕੇ ਇੱਕ ਸੰਦੇਸ਼ ਦੇਣਾ ਬਾਕੀ ਦੁਨੀਆ ਦੇ ਵਿੱਚ ਕਿ ਪਛੜੇ ਲੋਕਾਂ ਦੀ ਸਾਡਾ ਡੈਮੋਕ੍ਰੇਟਿਕ ਸਿਸਟਮ ਐਡਾ ਮਜ਼ਬੂਤ ਹੈ ਕਿ ਪਛੜੇ ਭਾਈਚਾਰੇ ਤੋਂ ਖੜਾ ਹੋ ਕੇ ਬੰਦਾ ਰਾਸ਼ਟਰਪਤੀ ਵੀ ਬਣ ਸਕਦਾ ਹੈ ਅਤੇ ਨਾਲ ਦੀ ਨਾਲ ਹੀ ਉਸ ਭਾਈਚਾਰੇ ਦੀਆਂ ਵੋਟਾਂ ਹਾਸਲ ਕਰਨੀਆਂ। ਜੀ ਬਿਲਕੁਲ। ਢਿੱਲੋਂ ਸਾਹਿਬ, ਰੁੱਖ ਕਰਦੇ ਹਾਂ ਪੰਜਾਬ ਦਾ, ਅਤੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਤੋਂ ਮੁਕਤ ਹੋਵੇਗਾ ਪੰਜਾਬ। ਬਿਲਕੁਲ, ਇਹਦਾ ਕਾਰਨ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਸੀ। ਸਿੱਧੂ ਮੂਸੇਵਾਲੇ ਨੂੰ ਜਿਨ੍ਹਾਂ ਲੋਕਾਂ ਨੇ ਕਤਲ ਕੀਤਾ ਹੈ, ਉਹਨਾਂ ਲੋਕਾਂ ਨੂੰ ਟਰੇਸ ਕਰਨ ਦੇ ਵਿੱਚ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਪੰਜਾਬ ਪੁਲਿਸ ਬਹੁਤ ਜ਼ਿਆਦਾ ਪਛੜ ਗਈ ਸੀ। ਜੀ, ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਨੁਕਤਾਚੀਨੀ ਬਹੁਤ ਜ਼ਿਆਦਾ ਹੁੰਦੀ ਸੀ, ਖਾਸ ਕਰਕੇ ਇਸ ਮੁੱਦੇ ਨੂੰ ਲੈ ਕੇ ਕਿ ਮਿਸਟਰ ਜਿਹੜਾ ਸ਼ੁਭਦੀਪ ਸਿੰਘ ਸੀ ਸਿੱਧੂ ਮੂਸੇਵਾਲੇ ਦੇ ਕੋਲ ਜਿਹੜੀ ਸਿਕਿਉਰਿਟੀ ਸੀ, ਜਿਸ ਵੇਲੇ ਉਹਨੇ ਇਲੈਕਸ਼ਨ ਲੜੀ ਸੀ, ਉਹਦੇ ਕੋਲ 10 ਕਮਾਂਡੋਜ਼ ਹੁੰਦੇ ਸੀ। ਜੀ, ਫਿਰ ਇਹਨਾਂ ਨੇ ਸਿਕਿਉਰਿਟੀ ਰਿਵਿਊ ਕੀਤਾ, ਕਹਿੰਦੇ ਜੀ VIP ਕਲਚਰ ਖਤਮ ਕਰਨਾ ਹੈ ਅਤੇ 10 ਦੇ ਵਿੱਚੋਂ ਘਟਾਉਂਦਿਆਂ ਉਹਨਾਂ ਦੇ ਕੋਲ 4 ਗਨਮੈਨ ਰਹਿ ਗਏ ਸੀ। ਜੀ, ਬਾਅਦ ਦੇ ਵਿੱਚ ਫਿਰ ਇਹਨਾਂ ਨੇ ਕਹਿ ਦਿੱਤਾ ਜੀ ਅਸੀਂ ਕੁਛ ਹੋਰ ਘਟਾਉਣੇ ਅਤੇ ਘਟਾਏ ਬੰਦੇ। ਆਪਰੇਸ਼ਨ ਬਲੂ ਸਟਾਰ ਦੀ ਵਰਸੀ ਆ ਗਈ ਸੀ। ਜੀ, 2 ਬੰਦੇ ਉਹਨਾਂ ਦੇ ਹੋਰ ਵਾਪਸ ਲੈ ਲਏ ਤੇ ਰਹਿ ਗਏ ਸੀ 2। ਚਲੋ ਬੰਦੇ ਘਟ ਜਾਂਦੇ ਆ, ਕਈ ਵਾਰੀ ਵੱਧ ਜਾਂਦੇ ਆ, ਕਈ ਵਾਰੀ ਸਿਕਿਉਰਿਟੀ ਬਿਲਕੁਲ ਵੀ ਵਿਡਰਾ ਕੀਤੀ ਜਾਂਦੀ ਹੈ। ਲੇਕਿਨ ਇੱਕ ਬਹੁਤ ਹੀ ਮਾੜੀ ਗੱਲ ਇਹ ਹੋਈ ਕਿ ਉਹਦਾ ਚੱਕ ਕੇ ਇਹਨਾਂ ਨੇ ਅਨਾਊਂਸਮੈਂਟ ਕਰ ਦਿੱਤੀ, ਡਿਕਲੇਅਰ ਕਰ ਦਿੱਤਾ ਕਿ ਜੀ ਇਹਨਾਂ ਤੋਂ ਅਸੀਂ 2 ਜਿਹੜੇ ਗਨਮੈਨ ਵਾਪਸ ਲੈ ਲਏ। ਸੋਸ਼ਲ ਮੀਡੀਆ ਖਾਸ ਕਰਕੇ ਜਿਹੜਾ ਮੁੱਖ ਮੰਤਰੀ ਦਾ ਆਪਦਾ ਟਵਿੱਟਰ ਹੈਂਡਲ ਹੈ, ਉਹਦੇ 'ਤੇ ਇਹ ਸਾਰਾ ਕੁਛ ਪਾ ਦਿੱਤਾ ਸੀ। ਜੀ, ਔਰ ਇਹ ਗੱਲ ਵੀ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਦਲਵੀਰ ਜੀ ਆਈ ਗਈ ਹੈ ਕਿ ਜਿਹੜਾ ਗੋਲਡੀ ਬਰਾੜ ਹੈ ਕੈਨੇਡਾ ਦੇ ਵਿੱਚ ਬੈਠਾ, ਉਹਨੇ ਟੈਲੀਫੋਨ ਕਰਕੇ ਇਹਨਾਂ ਆਪਣੇ ਗੁਰਗਿਆਂ ਨੂੰ ਜਿਨ੍ਹਾਂ ਦੀ ਡਿਊਟੀ ਲਾਈ ਗਈ ਸੀ ਸਿੱਧੂ ਮੂਸੇਵਾਲੇ ਨੂੰ ਕਤਲ ਕਰਨਾ, ਉਹਨਾਂ ਨੂੰ ਇਹ ਕਹਿਤਾ ਕਿ ਇਹ ਕੰਮ ਅੱਜ ਹੀ ਮੁਕਾ ਦਿਓ ਕਿਉਂਕਿ ਉਹਦੀ ਸਿਕਿਉਰਿਟੀ ਘਟਾ ਦਿੱਤੀ ਗਈ ਹੈ। ਸਿਕਿਉਰਿਟੀ ਉਹਦੇ ਕੋਲ ਬਹੁਤ ਘੱਟ ਹੈ ਅਤੇ ਹੁਣ ਮੌਕਾ ਹੈ, ਅਤੇ ਜੇ ਇਹ ਮੌਕਾ ਆਪਣੇ ਕੋਲੋਂ ਨਿਕਲ ਗਿਆ ਤਾਂ ਫਿਰ ਗੱਲ ਬਣ ਨਹੀਂ ਗਈ। ਜੀ, ਔਰ ਉਹਦੇ 'ਤੇ ਉਹ ਬੰਦੇ ਦਾ ਕਤਲ ਹੋ ਗਿਆ। ਜਿਹੜੇ ਬੰਦੇ ਫੜੇ ਦਿੱਲੀ ਪੁਲਿਸ ਨੇ ਉਹਨਾਂ ਨੂੰ ਇੰਟੈਰੋਗੇਟ ਕੀਤਾ ਅਤੇ ਇੰਟੈਰੋਗੇਸ਼ਨ ਦੇ ਵਿੱਚ ਇਹ ਗੱਲ ਆ ਗਈ ਹੈ। ਜੀ, ਉਹ ਬੰਦਿਆਂ ਨੂੰ ਬਾਅਦ ਦੇ ਵਿੱਚ ਜਿਹੜਾ ਹੈਗਾ ਟ੍ਰਾਂਜ਼ਿਟ ਰਿਮਾਂਡ ਦੇ ਉੱਤੇ ਪੰਜਾਬ 'ਚ ਲਿਆਂਦਾ ਗਿਆ। ਪੰਜਾਬ ਪੁਲਿਸ ਨੇ ਵੀ ਉਹਨਾਂ ਦਾ ਰਿਮਾਂਡ ਲਿਆ, ਉਹਨਾਂ ਦੀ ਪੁੱਛਗਿੱਛ ਕੀਤੀ ਔਰ ਗੱਲ ਉੱਥੇ ਵੀ ਇਹਦੀ ਪੁਸ਼ਟੀ ਹੋ ਗਈ ਜੀ, ਕਿ ਉਹਨਾਂ ਨੇ ਇਹ ਦੇਖ ਕੇ ਕਿ ਹੁਣ ਇਹ ਜਿਹੜਾ ਸੌਫਟ ਟਾਰਗੇਟ ਹੈ ਆਸਾਨੀ ਨਾਲ ਮਾਰਿਆ ਜਾ ਸਕਦਾ, ਇਹਦੇ ਕੋਲ ਸਿਕਿਉਰਿਟੀ ਹੈ ਨਹੀਂ, ਜਿਹਦੇ ਨਾਲ ਪੰਜਾਬ ਸਰਕਾਰ ਦੀ ਖਾਸ ਕਰਕੇ ਭਗਵੰਤ ਸਿੰਘ ਮਾਨ ਹੋਰਾਂ ਦੀ ਕਾਫੀ ਬਦਨਾਮੀ ਹੋਈ। ਵਿਰੋਧੀ ਧਿਰਾਂ ਨੇ ਨਿਸ਼ਾਨੇ 'ਤੇ ਲਿਆ। ਉਹਨਾਂ ਨੇ ਕਿਹਾ ਜੀ ਇਹ ਅਸਲ ਦੇ ਵਿੱਚ ਜਿਹੜਾ ਕਤਲ ਹੋਇਆ, ਇਹ ਕਤਲ ਦੇ ਲਈ ਮਾਹੌਲ ਪੈਦਾ ਕਰਨ ਦੇ ਵਿੱਚ ਜਿਹੜੀ ਗਲਤੀ ਹੋਈ ਹੈ ਆਮ ਆਦਮੀ ਪਾਰਟੀ ਤੋਂ, ਉਹਨੂੰ ਵੀ ਇੱਕ ਚੀਜ਼ ਮੰਨੀ ਜਾਣੀ ਹੈ। ਖੈਰ, ਉਸ ਤੋਂ ਬਾਅਦ 2 ਦਿਨ ਪਹਿਲਾਂ ਇੱਕ ਵੱਡੀ ਪ੍ਰਾਪਤੀ ਮਿਲੀ ਜਦੋਂ ਇਸ ਕਤਲ ਦੇ ਨਾਲ ਜਿਹੜੇ 2 ਬੰਦੇ ਸੀ, ਇਹਨਾਂ ਨੂੰ ਲੋਹੜੀ ਦੇ ਸੀਗੇ ਜਿਹੜੇ 2 ਬੰਦੇ, ਉਹ ਦੋਨੇ ਬੰਦੇ ਜਿਹੜੇ ਹੈਗੇ ਆ ਜੀ, ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਭਕਨਾਕੀ ਕਿਹੜਾ ਪਿੰਡ ਹੈ, ਉੱਥੇ ਉਹਨਾਂ ਦਾ ਮੁਕਾਬਲਾ ਹੋ ਗਿਆ ਅਤੇ ਉਹ ਮੁਕਾਬਲੇ ਦੇ ਵਿੱਚ ਮਾਰੇ ਗਏ। ਜੀ, ਜਦੋਂ ਮੁਕਾਬਲੇ ਦੇ ਵਿੱਚ ਮਾਰੇ ਗਏ ਅਤੇ ਮੁਕਾਬਲੇ 'ਚ ਮਾਰੇ ਜਾਣ ਤੋਂ ਬਾਅਦ ਕੱਲ੍ਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਅਫਸਰਾਂ ਦੇ ਨਾਲ ਇੱਕ ਮੀਟਿੰਗ ਕੀਤੀ। ਜੀ, ਜਿਹੜੀ ਪੁਲਿਸ ਅਫਸਰਾਂ ਦੇ ਨਾਲ ਮੀਟਿੰਗ ਕੀਤੀ, ਉਸ ਮੀਟਿੰਗ ਤੋਂ ਬਾਅਦ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ। ਆਪਣੇ ਟਵਿੱਟਰ ਹੈਂਡਲ 'ਤੇ ਵੀ ਉਹਨਾਂ ਨੇ ਗੱਲ ਕੀਤੀ ਅਤੇ ਵੈਸੇ ਵੀ ਉਹਨਾਂ ਨੇ ਗੱਲ ਕਹੀ ਕਿ ਜੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਨਸ਼ੇ ਦਾ ਵੀ ਖਾਤਮਾ ਕਰ ਦਿਆਂਗੇ ਅਤੇ ਗੈਂਗਸਟਰ ਵੀ ਰਹਿਣ ਨਹੀਂ ਦੇਣੇ। ਜੀ, ਗੱਲ ਇਹ ਬਹੁਤ ਵਧੀਆ, ਲੇਕਿਨ ਮੇਰਾ ਇਹ ਮੰਨਣਾ ਹੈ ਕਿ ਨਸ਼ਾ ਉਨੀ ਦੇਰ ਤੱਕ ਖਤਮ ਨਹੀਂ ਹੋ ਸਕਦਾ, ਸਪਲਾਈ ਉਨੀ ਦੇਰ ਤੱਕ ਆਉਂਦੀ ਰਹੂ ਜਿੰਨੀ ਦੇਰ ਤੱਕ ਉਹਦੀ ਡਿਮਾਂਡ ਕਾਇਮ ਰਹੂਗੀ। ਜੀ, ਵੱਡੀ ਗੱਲ ਇਹ ਹੈ ਕਿ ਜਿਹੜੇ ਲੋਕ ਨਸ਼ਾ ਕਰਦੇ ਆ, ਨਸ਼ਾ ਕਰਨ ਵਾਲੇ ਲੋਕਾਂ ਨੂੰ
ਜਿਹੜਾ ਨਸ਼ਾ ਛਡਵਾਉਣ ਵਾਸਤੇ ਉਹਨਾਂ ਨੂੰ ਲਈ ਮਾਹੌਲ ਪੈਦਾ ਕੀਤਾ ਜਾਵੇ, ਉਹਨਾਂ ਨੂੰ ਜਿਹੜੀ ਡਾਕਟਰੀ ਮਦਦ ਦੀ ਲੋੜ ਹੈ ਡਾਕਟਰੀ ਮਦਦ ਮੁਹੱਈਆ ਕਰਵਾਈ ਜਾਵੇ, ਔਰ ਉਹਨਾਂ ਦੇ ਉੱਤੇ ਲਗਾਤਾਰ ਨਿਗਰਾਨੀ ਰੱਖੀ ਜਾਵੇ, ਕਾਉਂਸਲਿੰਗ ਕੀਤੀ ਜਾਵੇ ਜੀ। 4-6 ਮਹੀਨੇ ਉਹਨਾਂ ਨੂੰ ਨਿਗਰਾਨੀ ਦੇ ਵਿੱਚ ਰੱਖ ਕੇ ਜਦੋਂ ਬਿਲਕੁਲ ਉਹ ਪਿਓਰ ਹੋ ਜਾਣ ਉਸ ਵੇਲੇ ਮਤਲਬ ਜਿਹੜਾ ਹੈਗਾ ਉਹਨਾਂ ਨੂੰ ਕਾਰੋਬਾਰ 'ਤੇ ਲਾਇਆ ਜਾਵੇ। ਜੇ ਡਿਮਾਂਡ ਖਤਮ ਹੋ ਗਈ ਤਾਂ ਆਟੋਮੈਟਿਕਲੀ ਸਪਲਾਈ ਖਤਮ ਹੋ ਜਾਣੀ ਹੈ। ਤੁਸੀਂ ਜੇਲ੍ਹਾਂ ਦਾ ਤਜਰਬਾ ਦੇਖ ਲਓ ਜੀ। ਆ ਪਿਛਲੇ ਦਿਨਾਂ ਦੇ ਵਿੱਚ ਟ੍ਰਿਬਿਊਨ ਅਖਬਾਰ ਦੇ ਵਿੱਚ ਇੱਕ ਕਾਫੀ ਵੱਡੀ ਸਟੋਰੀ ਆਈ ਸੀ। ਉਹ ਸਟੋਰੀ ਇਹੋ ਜਿਹੀ ਸੀ ਕਿ ਉਸ ਸਟੋਰੀ ਦੇ ਮੁਤਾਬਕ ਜੇਲ੍ਹਾਂ ਦੇ ਵਿੱਚ ਲੋਕ ਕਾਫੀ ਜਿਹੜਾ ਹੈਗਾ ਜਿਹੜੇ ਸਿੱਧੇ ਪੱਧਰੇ ਬੰਦੇ ਗਏ ਸੀ, ਸਧਾਰਨ ਜਿਹੜੇ ਬਿਲਕੁਲ ਨਸ਼ਾ ਪੱਤਾ ਨਹੀਂ ਸੀ ਕਰਦੇ, ਅੰਦਰ ਜਾ ਕੇ ਉਹ ਬੁਰੀ ਤਰ੍ਹਾਂ ਮਤਲਬ ਜਿਹੜੇ ਹੈਗੇ ਪ੍ਰਭਾਵਿਤ ਹੋਏ, ਔਰ ਪ੍ਰਭਾਵਿਤ ਹੋ ਕੇ ਉਹਨਾਂ ਦੇ ਵਿੱਚੋਂ 40% ਲੋਕ ਆ ਜਿਹੜੇ ਉਹ ਨਸ਼ੇ 'ਤੇ ਲੱਗ ਗਏ। ਹੁਣ ਉਹ ਵੀ ਕਹਿੰਦੇ ਕਿ ਅਸੀਂ ਨਸ਼ਾ ਛੱਡਣਾ ਚਾਹੁੰਦੇ ਹਾਂ। ਸੋ ਇੱਕ ਤਾਂ ਭਗਵੰਤ ਸਿੰਘ ਮਾਨ ਹੋਰਾਂ ਨੂੰ ਇਹ ਮਾਮਲਾ ਜਿਹੜਾ ਹੈਗਾ ਇੱਧਰ ਧਿਆਨ ਦੇਣਾ ਪੈਣਾ। ਦੂਜਾ, ਗੈਂਗਸਟਰ ਖਤਮ ਹੋ ਜਾਣਗੇ, ਬਦਮਾਸ਼ੀ ਖਤਮ ਹੋ ਜੂਗੀ, ਇਹ ਸੰਭਵ ਨਹੀਂ ਜੀ। ਇਹ ਸਾਡਾ ਜਿਹੜਾ ਪੋਲੀਟੀਕਲ ਸਿਸਟਮ ਆ ਉਹਦੀ ਦੇਣ ਹੈ ਜੀ। ਸਾਡਾ ਜਿਹੜਾ ਆਰਥਿਕ ਤਾਣਾ ਬਾਣਾ ਉਹਦੀ ਦੇਣ ਹੈ। ਅੱਜ ਤੁਸੀਂ ਦੇਖੋ ਵੀ ਸਿੱਧੂ ਮੂਸੇਵਾਲੇ ਨੂੰ ਕਤਲ ਕਰ ਦਿੱਤਾ, ਕੀਤਾ ਕੀ ਨਹੀਂ, ਲਾਰੈਂਸ ਬਿਸ਼ਨੋਈ ਨੇ ਜੀ, ਜਾਂ ਜੱਗੂ ਭਗਵਾਨਪੁਰੀਏ ਦਾ ਲਾਰੈਂਸ ਬਿਸ਼ਨੋਈ ਨੇ ਤੇ ਜੱਗੂ ਭਗਵਾਨਪੁਰੀਏ ਨੇ ਮਿਲ ਕੇ ਕਰਵਾਇਆ, ਗੋਲਡੀ ਬਰਾੜ ਹੋਰਾਂ ਨੇ ਕਰਵਾਇਆ। ਸਿੱਧੇ ਤੌਰ ਉੱਤੇ ਆਪਾਂ ਉਹਨਾਂ ਨੇ ਕਹਿ ਦਈਏ ਵੀ ਉਹਨਾਂ ਨੇ ਕਤਲ ਨਹੀਂ ਕੀਤਾ, ਉਹਨਾਂ ਨੇ ਉਹ ਮਾਹੌਲ ਪੈਦਾ ਕੀਤਾ, ਉਹਨਾਂ ਨੇ ਬੰਦੇ ਅਰੇਂਜ ਕੀਤੇ, ਇਹ ਗੱਲਾਂ ਜਿਹੜੀਆਂ ਉਹਨਾਂ 'ਤੇ ਲੱਗ ਰਹੀਆਂ। ਹੁਣ ਭਾਵੇਂ ਅਦਾਲਤਾਂ ਵੱਲੋਂ ਹੁਕਮ ਹੋਏ ਹੈ ਜੀ, ਜਦੋਂ ਉਹ ਬੰਦੇ ਤੁਰਦੇ ਹੈ, ਜਦੋਂ ਉਹ ਬੰਦੇ ਆਉਂਦੇ ਹੈ, ਉਹਨਾਂ ਨੂੰ ਅਦਾਲਤਾਂ ਦੇ ਵਿੱਚ ਲੈ ਕੇ ਜਾਂਦੇ ਆ, ਉਦੋਂ ਉਹਨਾਂ ਦੇ ਨਾਲ 200 ਬੰਦਾ ਗਨਮੈਨ ਹੁੰਦਾ ਹੈ ਜੀ। ਉਹਨਾਂ ਨੂੰ ਵਕਤਬੰਦ ਗੱਡੀਆਂ 'ਚ ਲਿਆਂਦਾ ਜਾਂਦਾ ਹੈ। ਔਰ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ, ਸਿੱਧੂ ਮੂਸੇਵਾਲੇ ਦੇ ਬਾਪ ਨੇ ਵੀ ਇਹ ਗੱਲ ਕਹੀ ਹੈ ਜੀ ਕਿ ਮੇਰਾ ਪੁੱਤ 2 ਕਰੋੜ ਰੁਪਈਆ ਟੈਕਸ ਦਿੰਦਾ ਹੁੰਦਾ ਸੀ, ਉਹਦੀ ਤਾਂ ਜਿਹੜੀ ਸਿਕਿਉਰਿਟੀ ਹੈ ਉਹ ਘਟਾ ਦਿੱਤੀ, ਤੇ ਜਿੰਨੇ ਬੰਦੇ ਕਾਤਲ ਹੈ ਤੇ ਕਾਤਲਾਂ ਨੂੰ ਇੰਨੀ ਸਿਕਿਉਰਿਟੀ ਦਿੱਤੀ ਜਾ ਰਹੀ ਹੈ, ਉਹਦਾ ਦੁੱਖ ਸੀ। ਸੋ ਇਹਨੂੰ ਆਪਾਂ ਕਹਾਂਗੇ ਕਿ ਗਲੋਰੀਫਾਈ ਕੀਤਾ ਜਾ ਰਿਹਾ ਹੈ। ਇਹਦੇ ਤੋਂ ਜਿਹੜੀ ਨਵੀਂ ਪਨੀਰੀ ਹੈ, ਨਵੀਂ ਪੀੜ੍ਹੀ ਨੂੰ ਇੱਕ ਕਿਸਮ ਦਾ ਉਤਸ਼ਾਹ ਮਿਲਦਾ ਹੈ ਕਿ ਨੌਕਰੀਆਂ ਆਪਾਂ ਨੂੰ ਮਿਲਦੀਆਂ ਨਹੀਂ, ਕਾਰੋਬਾਰ ਆਪਾਂ ਨੂੰ ਕੋਈ ਮਿਲਦਾ ਨਹੀਂ, ਬਾਹਰ ਆਪਾਂ ਜਾ ਨਹੀਂ ਸਕਦੇ, ਜਾਂ ਤਾਂ ਨਸ਼ੇ 'ਤੇ ਲੱਗਣਗੇ ਤੇ ਜਾਂ ਫਿਰ ਉਹ ਇਹੋ ਜਿਹੇ ਬੰਦਿਆਂ 'ਚ ਲੱਗਣਗੇ। ਹੁਣ ਤੁਸੀਂ ਦੇਖੋ ਜਿਨ੍ਹਾਂ ਬੰਦਿਆਂ ਨੇ ਇਹਨੂੰ ਕਤਲ ਕੀਤਾ ਹੈ, ਆਹ 2 ਮੁੰਡੇ ਲਾ ਲਓ ਤੁਸੀਂ, ਜਗਰੂਪ ਰੂਪਾ ਔਰ ਮਨਪ੍ਰੀਤ ਮੰਨਾ। ਜਗਰੂਪ ਰੂਪਾ ਤਾਂ ਚਲੋ ਪਹਿਲਾਂ ਹੀ ਪੁੱਠੇ ਕੰਮਾਂ 'ਚ ਪੈ ਗਿਆ ਸੀ। ਮਨਪ੍ਰੀਤ ਮੰਨੇ ਬਾਰੇ ਇਹ ਦੱਸਿਆ ਗਿਆ ਕਿ ਉਹ ਬੰਦਾ ਲੱਕੜ ਦਾ ਬਹੁਤ ਵੱਡਾ ਵਧੀਆ ਕਾਰੀਗਰ ਸੀ ਜੀ। 2013 ਦੇ ਵਿੱਚ ਪੰਚਾਇਤੀ ਚੋਣਾਂ ਹੁੰਦੀਆਂ, ਉਹਨਾਂ ਪੰਚਾਇਤੀ ਚੋਣਾਂ ਦੇ ਦੌਰਾਨ ਪਿੰਡ ਦੇ ਵਿੱਚ ਥੋੜ੍ਹਾ ਬਹੁਤਾ ਵਿਰੋਧ ਹੋ ਗਿਆ, ਕਿਉਂਕਿ ਉਹ ਬੈਕਵਰਡ ਕਲਾਸ ਨਾਲ ਤਾਲੁਕ ਰੱਖਦਾ ਸੀ ਜੀ। ਇਸ ਵਾਸਤੇ ਕਿਉਂਕਿ ਬੈਕਵਰਡ ਕਲਾਸ ਵਾਲਿਆਂ ਨੂੰ ਜਾਂ ਸਾਡੇ ਵੀਕਰ ਸੈਕਸ਼ਨ ਨੂੰ ਪਿੰਡਾਂ ਦੇ ਵਿੱਚ ਇਹ ਸਮਝਿਆ ਜਾਂਦਾ ਕਿ ਜਿਵੇਂ ਸਾਡੇ ਗੁਲਾਮ ਹੁੰਦੇ ਜੀ, ਉਹਨਾਂ ਦੇ ਉੱਤੇ ਉਹਨਾਂ ਨੇ ਇੱਕ ਕਿਸਮ ਦਾ ਸਮਝ ਲਓ ਵੀ ਦਬਾਅ ਕਾਇਮ ਰੱਖਦੇ। ਘਰੇ ਉਹ ਆਪਦਾ ਕੰਮ ਕਰਦਾ ਰਹਿੰਦੇ ਸੀ, ਤੇ ਉਹਦੇ ਘਰੇ ਆ ਕੇ ਕਿਸੇ ਬੰਦੇ ਨੇ ਹਮਲਾ ਕੀਤਾ ਜੀ। ਬੰਦਾ ਉਹ ਜੁਰਮਾਨਾ ਸੀ, ਉਹਨੇ ਮੋੜਵਾਂ ਹਮਲੇ ਨੂੰ ਡਿਫੈਂਡ ਕਰਦਿਆਂ ਤੇ ਅੱਗੇ ਉਹਦੇ ਨਾਲ 10-50 ਲੈ ਲਿਆ। ਨਤੀਜਾ ਇਹ ਹੋਇਆ ਕਿ ਉਹ ਬੰਦਾ ਮਾਰਿਆ ਗਿਆ ਜੀ। ਇਹ ਜੇਲ੍ਹ ਚਲਾ ਗਿਆ। ਜੇਲ੍ਹ ਦੇ ਜਾ ਕੇ ਜੇਲ੍ਹ ਦਾ ਮਾਹੌਲ ਇਹੋ ਜਿਹਾ ਬਣ ਗਿਆ ਕਿ ਜਿਹੜਾ ਦੂਜਾ ਇਹ ਮੰਨਿਆ ਗਿਆ ਕਿ ਇਹ ਜਿਹੜਾ ਮਾਰਨ ਵਾਲੇ ਬੰਦੇ ਸੀ ਉਹ ਸੁਖਪ੍ਰੀਤ ਬੁੱਢਾ, ਉਹ ਵੀ ਉਸੇ ਪਿੰਡ ਦਾ ਹੀ ਆ, ਕੁੱਸੇ ਦਾ ਜੀ। ਸੁਖਪ੍ਰੀਤ ਬੁੱਢੇ ਹੋਰਾਂ ਦੇ ਨਾਲ ਇਹ ਰਫੜ ਪਿਆ ਸੀ, ਤੇ ਉਹਨਾਂ ਨੂੰ ਜਿਹੜਾ ਸੀ ਜਿਹੜਾ ਸੁਖਪ੍ਰੀਤ ਬੁੱਢਾ ਦੂਜੇ ਗੈਂਗ ਨਾਲ ਹੈ ਦਵਿੰਦਰ ਬੰਬੀਹੇ ਨਾਲ ਜੀ, ਇਹ ਜਿਹੜਾ ਗੈਂਗ ਸੀਗਾ ਬਿਸ਼ਨੋਈ ਹੋਰਾਂ ਦਾ, ਉਹਨਾਂ ਨੇ ਦੇਖਿਆ ਕਿ ਇਹ ਬੰਦੇ ਨੂੰ ਆਪਾਂ ਇਸਤੇਮਾਲ ਕਰ ਸਕਦੇ ਹਾਂ, ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਤੇ ਸੋ ਭਗਵੰਤ ਮਾਨ ਦਾ ਇਹ ਕਹਿਣਾ ਕਿ ਅਸੀਂ ਨਸ਼ਾ ਵੀ ਖਤਮ ਕਰ ਦਿਆਂਗੇ ਤੇ ਗੈਂਗਸਟਰ ਖਤਮ ਕਰ ਦਿਆਂਗੇ, ਮੇਰੇ ਖਿਆਲ ਮੁਤਾਬਕ ਇਹ ਉਨੀ ਦੇਰ ਖਤਮ ਨਹੀਂ ਹੁੰਦਾ ਜਿੰਨੀ ਦੇਰ ਤੱਕ ਇਹ ਕਲਚਰ ਖਤਮ ਨਹੀਂ ਹੁੰਦਾ ਜੀ। ਜਿਹੜਾ ਕਲਚਰ ਨਸ਼ਿਆਂ ਦਾ ਇਸਤੇਮਾਲ ਕਰਨ ਵਾਸਤੇ ਚੱਲਦਾ ਹੈ, ਜਾਂ ਜਿਹੜਾ ਕਲਚਰ ਗੈਂਗਸਟਰਾਂ ਨੂੰ ਪੈਦਾ ਕਰਦਾ, ਉਹਨੂੰ ਖਤਮ ਕਰਨ ਦੀ ਲੋੜ ਹੈ। ਉਹ ਭਗਵੰਤ ਸਿੰਘ ਮਾਨ ਦੇ ਇੰਨੀ ਮਤਲਬ ਜੇ ਕਹਿ ਦਈਏ ਆਪਾਂ ਉਹਦੇ ਬਸ ਦੀ ਗੱਲ ਨਹੀਂ ਹੈ। ਇਹ ਇੱਕ ਬਹੁਤ ਵੱਡਾ ਆਪਰੇਸ਼ਨ ਕਰਨਾ ਪੈਣਾ, ਸਿਸਟਮ ਦੇ ਵਿੱਚ ਚੇਂਜ ਕਰਨੀ ਪੈਣੀ ਹੈ ਜੀ। ਇਕੱਲਾ ਇਹ ਨਹੀਂ ਕਿ ਜੀ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦਿਆਂਗੇ, 4 ਬੰਦੇ ਉਹ ਫੜ ਲਓ ਤੇ ਉਹ ਫੜ ਲਓ ਤੇ ਉਹਦੇ ਨਾਲ ਖਤਮ ਹੋ ਜਾਊਗਾ। ਤੁਸੀਂ ਦੇਖੋ ਕਿੰਨੇ ਬੰਦਿਆਂ ਦਾ ਕਾਰੋਬਾਰ ਇਹਦੇ ਨਾਲ ਚੱਲਦਾ ਹੈ। ਮਾਫ਼ ਕਰਨਾ, ਆਮ ਆਦਮੀ ਪਾਰਟੀ ਕਹਿੰਦੀ ਜੀ ਸਾਡੀ ਬੜੀ ਇਮਾਨਦਾਰ ਸਰਕਾਰ ਹੈ, ਲੇਕਿਨ ਇਮਾਨਦਾਰ ਸਰਕਾਰ ਦਾ ਹੁਣ ਆਪਾਂ ਗਰਾਊਂਡ 'ਤੇ ਰਹਿੰਦੇ, ਆਪਾਂ ਨੂੰ ਦਿਖੀ ਜਾਂਦੇ ਕਿ ਇਹਨਾਂ ਦੇ ਨਾਲ ਦੇ ਬੰਦੇ ਕੀ ਕੁਛ ਕਿਹੋ ਜਿਹਾ ਕੁਛ ਕਰੀ ਜਾਂਦੇ ਆ, ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਜੀ। ਬਿਲਕੁਲ। ਢਿੱਲੋਂ ਸਾਹਿਬ, ਇੱਕ ਪੰਥਕ ਜਥੇਬੰਦੀਆਂ ਦੀ ਨੇੜਤਾ ਜਿਹੜੀ ਹੈਗੀ ਆ ਬਾਦਲ ਪਰਿਵਾਰ ਲਈ ਖਤਰਾ, ਕੀ ਕਹਿਣਾ ਚਾਹੋ? ਦੇਖੋ, ਪੰਥਕ ਜਥੇਬੰਦੀਆਂ ਦੀ ਨੇੜਤਾ ਜਿਹੜੀ ਹੈਗੀ ਆ, ਆਪਾਂ ਨੂੰ ਸਭ ਤੋਂ ਪਹਿਲਾਂ ਦੇਖਣਾ ਇਹ ਪੈਣਾ ਹੈ ਕਿ ਹਰਨਾਮ ਸਿੰਘ ਧੁੰਮਾ ਜੀ ਦਮਦਮੀ ਟਕਸਾਲ ਦੇ ਉਹ ਮੁਖੀ ਹੈ। ਇੱਕ ਸੰਤ ਸਮਾਜ ਉਹਨਾਂ ਨੇ ਬਣਾਇਆ ਹੈ, ਉਹਦੇ ਵੀ ਉਹ ਲੀਡਰ ਹੈ। ਪਿਛਲੇ ਸਮੇਂ ਦੇ ਵਿੱਚ ਉਹਨਾਂ ਬਾਰੇ ਇਹ ਪ੍ਰਭਾਵ ਬਣਿਆ ਕਿ ਉਹ ਬਾਦਲ ਪਰਿਵਾਰ ਦੇ ਬਹੁਤ ਕਰੀਬ ਹੈ ਜੀ। 2011 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ,
ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਉਹਨਾਂ ਨੇ ਬਾਦਲ ਪਰਿਵਾਰ ਦੇ ਨਾਲ ਮਿਲ ਕੇ ਲੜੀਆਂ ਸੀ। ਜੀ। ਕੁਝ ਬੰਦੇ ਉਹਨਾਂ ਦੇ ਆ ਗਏ ਸੀ, ਲੇਕਿਨ ਬਾਦਲ ਪਰਿਵਾਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੁਕੰਮਲ ਕਬਜ਼ਾ ਹੋ ਗਿਆ ਸੀ। ਜੀ 11 ਸਾਲ ਹੋ ਗਏ ਉਸ ਤੋਂ ਬਾਅਦ SGPC ਦੀਆਂ ਚੋਣਾਂ ਨਹੀਂ ਹੋਈਆਂ। ਉਹ ਜੀ। ਇਹਨਾਂ ਦੇ ਨਾਲ ਖੜੇ ਸੀ ਡਟ ਕੇ। ਕਰਨੈਲ ਸਿੰਘ ਪੰਜੋਲੀ ਵਰਗੇ ਬੰਦੇ, ਉਹ ਭਾਵੇਂ ਇੱਕ ਵੇਲੇ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਕਰੀਬ ਹੁੰਦੇ ਸੀਗੇ, ਉਹ ਵੀ ਇਹਨਾਂ ਦੇ ਨਾਲ ਆ ਗਏ ਸੀ। ਹੋਰ ਵੀ ਬਹੁਤ ਸਾਰੇ ਬੰਦੇ ਜਿਹੜੇ ਟੌੜਾ ਗਰੁੱਪ ਦੇ, ਉਹ ਇਹਨਾਂ ਦੇ ਨਾਲ ਆ ਗਏ ਸੀ। ਇਸੇ ਤਰੀਕੇ ਜੇ ਆਪਾਂ ਦੇਖੀਏ ਤਾਂ ਮਨਜਿੰਦਰ ਸਿੰਘ ਸਿਰਸਾ, ਉਹ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਹੁੰਦੇ ਸੀ। ਜੀ ਹਾਲਾਤਾਂ ਨੇ ਪਲਟਾ ਖਾਧਾ, ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਏ। ਉਹਨਾਂ ਨੇ ਪ੍ਰਧਾਨਗੀ ਤੋਂ, ਦਿੱਲੀ ਦੀ ਜਿਹੜੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ। ਉਹਨਾਂ ਦੀ ਥਾਂ ਦੇ ਉੱਤੇ ਜਿਹੜਾ ਬੰਦਾ ਪ੍ਰਧਾਨ ਬਣਿਆ, ਉਹ ਬੰਦਾ ਤਾਂ ਜਦੋਂ ਪ੍ਰਧਾਨ ਬਣਿਆ ਉਦੋਂ ਉਹਦੇ 'ਤੇ ਲੈਵਲ ਸੀ ਕਿ ਇਹ ਬਾਦਲ ਦਲ ਦਾ ਹੈ। ਜੀ ਔਰ ਬਾਅਦ ਦੇ ਵਿੱਚ ਉਹਨਾਂ ਨੇ ਸਾਰੀ ਕਮੇਟੀ ਛੱਡ ਕੇ ਚਲੇ ਗਏ ਦੂਜੇ ਪਾਸੇ। ਜੀ ਹੁਣ ਉਹਨਾਂ ਨੇ ਇੱਕ ਇਕੱਠ ਕੀਤਾ ਸੀ ਦਿੱਲੀ ਦੇ ਵਿੱਚ। ਦਿੱਲੀ ਦੇ ਵਿੱਚ ਇਕੱਠ ਕਰਕੇ ਉਹਨਾਂ ਨੇ ਇੱਕ ਨਵਾਂ ਅਕਾਲੀ ਦਲ ਬਣਾ ਲਿਆ, ਅਕਾਲੀ ਦਲ ਦਿੱਲੀ। ਜੀ ਬਾਦਲ ਪਰਿਵਾਰ ਦੇ ਨਾਲੋਂ ਤੋੜ ਵਿਛੋੜਾ ਕਰ ਲਿਆ, ਇਸ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰ ਲਿਆ। ਔਰ ਉੱਥੇ ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜੇ ਉਹ ਸਮਾਗਮ ਦੇ ਵਿੱਚ ਗਏ, ਜਿਹੜਾ ਉਹਨਾਂ ਨੇ ਇਕੱਠ ਕੀਤਾ ਸੀ, ਉਹਦੇ ਵਿੱਚ ਹਰਨਾਮ ਸਿੰਘ ਧੁੰਮਾ ਵੀ ਚਲੇ ਗਏ, ਜੀ ਜਿਹੜਾ ਬਾਦਲ ਪਰਿਵਾਰ ਦੇ ਬਹੁਤ ਕਰੀਬ ਸੀ। ਇਹਦੇ ਨਾਲ ਹੀ ਤੁਸੀਂ ਦੇਖਿਆ ਉਹਨਾਂ ਪਿਛਲੇ ਦਿਨਾਂ ਦੇ ਵਿੱਚ, ਜਦੋਂ 2017 ਦੇ ਵਿੱਚ ਪਹਿਲਾਂ ਬੜੀ ਭਿਆਨਕ ਹਾਰ ਦਾ ਸਾਹਮਣਾ ਕਰਨਾ ਪਿਆ, ਜੀ 2019 ਦੇ ਵਿੱਚ ਵੀ ਪਾਰਲੀਮੈਂਟ ਦੀਆਂ 2 ਸੀਟਾਂ ਹੀ ਆਈਆਂ, ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ। 2022 ਦੀ ਚੋਣ ਹੁੰਦੀ ਹੈ ਤੇ 2022 ਦੀ ਚੋਣ ਦੇ ਵਿੱਚ ਵੀ ਨਾ ਮਾਤਰ ਨੁਮਾਇੰਦਗੀ ਹੈ, ਬਹੁਤ ਘੱਟ ਹੈ, ਮੇਰੇ ਖਿਆਲ ਹੈ ਬਹੁਤ ਹੀ ਘੱਟ ਇਹਨਾਂ ਦੀ ਕੋਲੇ ਆਈਆਂ। ਫਿਰ ਜਿਹੜੀ ਹੈਗੀ ਹੈ ਤੁਹਾਡੀ ਆ ਗਈ ਇੱਕ ਬਾਈ ਇਲੈਕਸ਼ਨ ਸੰਗਰੂਰ ਵਾਲੀ, ਤੇ ਸੰਗਰੂਰ ਵਾਲੀ ਬਾਈ ਇਲੈਕਸ਼ਨ ਦੇ ਵਿੱਚ ਤੱਕ ਅਕਾਲੀ ਕੈਂਡੀਡੇਟ ਬਿਲਕੁਲ ਜਿਹੜਾ ਹੈਗਾ ਸਭ ਤੋਂ ਥੱਲੇ ਰਹਿ ਗਿਆ। BJP ਦੀਆਂ ਵੀ ਵੋਟਾਂ ਬਦਲ ਨਿਕਲੀਆਂ। ਇਹ ਤੋਂ ਪਹਿਲਾਂ 2022 ਦੀਆਂ ਚੋਣਾਂ ਦੀ ਹਾਰ ਤੋਂ ਬਾਅਦ ਸਾਡੀ ਹਾਲਤ ਕੀ ਹੈ, ਇਹ ਜਾਣਨ ਲਈ ਇੱਕ ਕਮੇਟੀ ਬਣਾਈ ਗਈ ਸੀ, 13 ਮੈਂਬਰੀ ਕਮੇਟੀ। ਜੀ 13 ਮੈਂਬਰੀ ਕਮੇਟੀ ਦਾ ਜਿਹੜਾ ਇੰਚਾਰਜ ਸੀ, ਉਹਦਾ ਨਾਂ ਇਕਬਾਲ ਸਿੰਘ ਧੂੰਦਾ। ਇਕਬਾਲ ਸਿੰਘ ਧੂੰਦਾ ਤੇ ਉਹ ਕਮੇਟੀ ਨੇ ਜਿਹੜੀ ਹੈਗੀ ਉਹਨਾਂ ਦੀ 13 ਮੈਂਬਰੀ ਕਮੇਟੀ, ਉਹਨਾਂ ਨੇ ਲਗਭਗ 100 ਵਿਧਾਨ ਸਭਾ ਹਲਕੇ ਦੇ ਵਿੱਚ ਜਾ ਕੇ ਲੋਕਾਂ ਦੇ ਵਿਚਾਰ ਪੁੱਛੇ ਤੇ ਬਹੁਤ ਵੱਡੀ ਰਾਏ ਇਹੀ ਸੀ ਥੱਲਿਓਂ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਵਰਕਰ ਹੈ ਅਕਾਲੀ ਦਲ ਦੇ, ਕਿ ਜੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਤੇ ਅਗਲੀ ਗੱਲ ਲੋੜ ਇਹ ਹੈ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਹਨੂੰ ਚੇਂਜ ਕੀਤਾ ਜਾਵੇ। ਜੀ ਮੌਜੂਦਾ ਲੀਡਰਸ਼ਿਪ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਾਂ ਅੱਜ ਕੱਲ੍ਹ ਤੁਹਾਨੂੰ ਪਤਾ ਉਮਰ ਦਾ ਤਕਾਜ਼ਾ ਹੈ, ਉਹ ਤਾਂ ਹੁਣ ਥੋੜ੍ਹਾ ਬਹੁਤਾ ਹੀ ਚੱਲ ਫਿਰ ਸਕਦੇ ਹੈ। ਉਹਨਾਂ ਦੇ ਕੋਲ ਮਤਲਬ ਇੰਨੀ ਹਿੰਮਤ ਹੀ ਹੈ ਨਹੀਂ ਕਿ ਉਹ ਅਕਾਲੀ ਦਲ ਨੂੰ ਮੁੜ ਆਰਗੇਨਾਈਜ਼ ਕਰ ਸਕਣ। ਜੀ ਤੇ ਕਰਤਾ ਧਰਤਾ ਤਾਂ ਸੁਖਬੀਰ ਸਿੰਘ ਬਾਦਲ ਹੀ ਹੈ। ਸੋ ਜਿਹੜੀ ਡਿਮਾਂਡ ਹੈ ਉਹ ਡਿਮਾਂਡ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰੋ। ਜੀ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰਨ ਦੀ ਗੱਲ ਆਉਂਦੀ ਹੈ ਤਾਂ ਕੌਣ ਕਰੇ ਲਾਂਭੇ? ਬਿੱਲੀ ਦੇ ਗੱਲ ਟੱਲੀ ਕੌਣ ਬੰਨੇ? ਜੀ ਪਿਛਲੇ ਦਿਨਾਂ ਦੇ ਵਿੱਚ ਇੱਕ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜਦੋਂ ਇਹ ਗੱਲ ਆਈ ਸੀ, ਉੱਥੇ ਕੁਝ ਬੰਦਿਆਂ ਨੇ ਕਿਹਾ ਸੀ ਕਿ ਜੀ ਆਪਾਂ ਨੂੰ ਥੋੜ੍ਹਾ ਜਿਹਾ ਪਿੱਛੇ ਹਟ ਜਾਣਾ ਚਾਹੀਦਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਥੋੜ੍ਹਾ ਜਿਹਾ ਨਹੀਂ, ਜੇ ਤੁਸੀਂ ਕਹਿੰਦੇ ਹੋ ਫਿਰ ਮੈਂ ਤਾਂ ਅਸਤੀਫਾ ਦੇਵਾਂਗਾ ਤੇ ਮੁੜ ਕੇ ਮੈਂ ਆਪਦੇ ਕਾਰੋਬਾਰ ਚਲਾ ਜਾਊਂ, ਮੈਂ ਵਾਪਸ ਨਹੀਂ ਆਉਣਾ। ਜੀ ਉਹਦੇ ਵਿੱਚੋਂ ਫਿਰ ਇੱਕ ਸਮਝੌਤਾ ਜਿਹਾ ਕੀਤਾ ਕਿ ਇਹੋ ਜਿਹੇ ਹਾਲਾਤ ਕਰ ਲਓ ਵੀ ਆਪਾਂ ਵੇਖ ਲਈਏ, ਸੰਗਰੂਰ ਦੀ ਬਾਈ ਇਲੈਕਸ਼ਨ ਕੱਢ ਲਈਏ ਪਾਰਲੀਮੈਂਟ ਦੀ, ਉਹ ਤੋਂ ਬਾਅਦ ਦੇਖ ਲਾਂਗੇ। ਜੀ ਔਰ ਸੰਗਰੂਰ ਦੀ ਬਾਈ ਇਲੈਕਸ਼ਨ ਦੇ ਵਿੱਚ ਬੀਬੀ ਕਮਲਦੀਪ ਕੌਰ ਜਿਹੜੀ ਬਲਵੰਤ ਸਿੰਘ ਰਾਜੋਹਾਨਾ ਦੀ ਮੂੰਹ ਬੋਲੀ ਭੈਣ ਹੈ, ਉਹਨੂੰ ਕੈਂਡੀਡੇਟ ਬਣਾਉਣ ਦਾ ਮਤਲਬ ਵੀ ਇਹੀ ਸੀ ਵੀ ਉਹਨੂੰ ਕੈਂਡੀਡੇਟ ਬਣਾ ਦਈਏ ਤੇ ਉਸ ਕੈਂਡੀਡੇਟ ਬਣਾ ਕੇ ਉਹਨੂੰ ਸਰਦਾਰ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ ਬਿਠਾ ਲਾਂਗੇ। ਲੇਕਿਨ ਸਿਮਰਜੀਤ ਸਿੰਘ ਮਾਨ ਹੋਰੀ ਆਕੜ ਗਏ। ਉਹ ਕਹਿੰਦੇ ਬੀਬੀ ਤਾਂ ਹੁਣ ਗੱਲ ਕਰਦੀ ਹੈ ਬੰਦੀ ਸਿੰਘਾਂ ਦੀ, ਮੈਂ ਤਾਂ ਡੇ 1 ਤੋਂ ਗੱਲ ਕਰੀਏ ਨਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ। ਇਸ ਕਰਕੇ ਬੰਦੀ ਸਿੰਘਾਂ ਨੂੰ ਰਿਹਾਈ ਕਰਵਾਉਣ ਵਾਲਾ ਤਾਂ ਮੈਂ ਆ, ਮੈਂ ਲੜਾਈ ਲੜੂੰਗਾ। ਫਿਰ ਇੱਕ ਸਟੇਜ ਇਹ ਵੀ ਆ ਗਈ ਸੀ, ਜਦੋਂ ਦੇਖਿਆ ਕਿ ਸਾਡੀ ਮੁਹਿੰਮ ਨਹੀਂ ਚੱਲਦੀ, ਫਿਰ ਇਹ ਸੁਨੇਹੇ ਵੀ ਭੇਜੇ ਗਏ ਮਾਨ ਸਾਹਿਬ ਨੂੰ ਕਿ ਅਸੀਂ ਤੁਹਾਡੀ ਹਮਾਇਤ ਕਰਦੇ ਨੇ। ਤੇ ਮਾਨ ਸਾਹਿਬ ਨੇ ਜਨਤਕ ਤੌਰ ਤੇ ਕਹਿਤਾ ਸੀ ਕਿ ਜੇ ਬਾਦਲ ਪਰਿਵਾਰ ਜਾਂ ਬਾਦਲ ਅਕਾਲੀ ਦਲ ਮੇਰੀ ਹਮਾਇਤ ਕਰਦਾ, ਮੈਂ ਉਹਨਾਂ ਦੀ ਹਮਾਇਤ ਲੈਣੀ ਨਹੀਂ। ਉਹਨਾਂ ਨੂੰ ਪਤਾ ਸੀ ਕਿ ਜੇ ਮੈਂ ਹਮਾਇਤ ਲਊਂਗਾ ਤਾਂ ਲੋਕ ਮੇਰੇ ਫਿਰ ਖਿਲਾਫ ਹੋ ਜਾਣਗੇ। ਤੇ ਖਿਲਾਫ ਹੋਣ ਦਾ ਵੱਡਾ ਕਾਰਨ ਇਹ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜੀਆਂ ਘਟਨਾਵਾਂ ਹੋਈਆਂ, ਉਹਨਾਂ ਘਟਨਾਵਾਂ ਕਰਕੇ ਲੋਕਾਂ ਦੀ ਨਾਰਾਜ਼ਗੀ ਅਜੇ ਦੂਰ ਨਹੀਂ ਹੋਈ। ਮਿਸਮੈਨੇਜਮੈਂਟ ਹੈ ਜਿਹੜੀ ਲੀਡਰਸ਼ਿਪ ਦੀ, ਉਹ ਵੀ ਆਪਣੀ ਥਾਂ ਦੇ ਉੱਤੇ। ਪ੍ਰਕਾਸ਼ ਸਿੰਘ ਬਾਦਲ ਬੜੀ ਹਲੀਮੀ ਤਰੀਕੇ ਨਾਲ ਚੱਲਦੇ ਹੁੰਦੇ ਸੀ, ਸੁਖਬੀਰ ਸਿੰਘ ਬਾਦਲ ਦੇ ਵਿੱਚ ਇਹ ਜਿਹੜੀ ਹੈਗੀ ਹੈ ਕੁਆਲਿਟੀ ਹੈ ਨਹੀਂ। ਨਾਲ ਹੀ ਆਪਾਂ ਦੇਖੀਏ ਤਾਂ ਪਿਛਲੇ ਸਮੇਂ ਦੇ ਵਿੱਚ ਜਗਮੀਤ ਸਿੰਘ ਬਰਾੜ ਹੋਰੀ ਵੀ ਅਕਾਲੀ ਦਲ ਦੇ ਵਿੱਚ ਆ ਗਏ ਸੀ। ਜੀ ਪਹਿਲਾਂ ਵੀ ਪਿਛੋਕੜ ਪੁਰਾਣਾ ਉਹਨਾਂ ਦਾ ਅਕਾਲੀ ਦਲ ਹੈ। ਮੌੜ ਹਲਕੇ ਤੋਂ ਉਹਨਾਂ ਨੇ ਚੋਣ ਵੀ ਲੜੀ ਹੈ। ਜੀ ਔਰ ਉਹਨਾਂ ਨੂੰ ਟਿਕਟ ਦੇਣ ਦੀ ਵਜ੍ਹਾ ਕਾਰਨ ਸਰਦਾਰ ਸਿਕੰਦਰ ਸਿੰਘ ਮਲੂਕਾ ਥੋੜ੍ਹੇ ਜਿਹੇ ਨਾਰਾਜ਼ ਵੀ ਹੋ ਗਏ ਸੀ। ਜੀ ਫਿਰ ਉਹਨਾਂ ਨੂੰ ਬਰਿਆ ਵਗੈਰਾ ਵੀ ਉਹਨਾਂ ਨੂੰ ਵੀ ਪਲੋਸਿਆ ਵੀ ਕੋਈ ਨਹੀਂ ਮਲੂਕਾ ਸਾਹਿਬ ਤੁਸੀਂ ਆ ਜਾਓ। ਸੋ ਇਸ ਵੇਲੇ ਦੀ ਹਾਲਤ ਇਹ ਹੈ ਕਿ ਸੁਖਬੀਰ ਇਕੱਲਾ ਰਹਿ ਗਿਆ। ਜੀ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੇਟਮੈਂਟ ਆਈ ਸੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ। ਉਹਨਾਂ ਨੇ ਵੀ ਕਿਹਾ ਸੀਗਾ ਕਿ ਜੇ ਸੁਖਬੀਰ ਬਾਦਲ ਅਸਤੀਫਾ ਦੇ ਦੇਵੇ ਤੇ ਸਾਰੇ ਜਿਹੜੇ ਹੈਗੇ ਟਕਸਾਲੀ ਅਕਾਲੀ ਇਕਮੁੱਠ ਹੋ ਸਕਦੇ ਹੈ।
ਸੋ ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਕਿ ਜਿਹੜਾ ਦਿੱਲੀ ਅਕਾਲੀ ਦਲ ਬਣਨਾ ਜਾਂ ਪੰਥਕ ਜਥੇਬੰਦੀਆਂ ਦਾ ਏਕਾ ਹੋਣਾ ਉਹ ਅਕਾਲੀ ਦਲ ਲਈ ਖਤਰਨਾਕ ਹੈ। ਪਰ ਮੇਰਾ ਮੰਨਣਾ ਕਿ ਅਕਾਲੀ ਦਲ ਲਈ ਨਹੀਂ ਖਤਰਨਾਕ। ਅਕਾਲੀ ਦਲ ਪੰਜਾਬ ਦੀ ਰੀਜਨਲ ਪਾਰਟੀ ਹੈ। ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਲੋੜ ਹੈ। ਕਾਂਗਰਸ ਪਾਰਟੀ ਕੌਮੀ ਪਾਰਟੀ ਹੈ, ਬੀਜੇਪੀ ਕੌਮੀ ਪਾਰਟੀ ਹੈ। ਔਰ ਜੇ ਆਪਾਂ ਆਮ ਆਦਮੀ ਪਾਰਟੀ ਦੀ ਸਥਿਤੀ ਦੇਖੀਏ ਤਾਂ ਆਮ ਆਦਮੀ ਪਾਰਟੀ ਵੀ ਪੰਜਾਬ ਦੀ ਪਾਰਟੀ ਨਹੀਂ, ਵੀ ਬਾਹਰਲੀ ਪਾਰਟੀ ਹੈ ਜੀ। ਤੇ ਆਮ ਆਦਮੀ ਪਾਰਟੀ ਦਾ ਜਿਸ ਕਿਸਮ ਦਾ ਮਾਹੌਲ ਹੈ, ਮੁੱਖ ਮੰਤਰੀ ਜ਼ਰੂਰ ਭਗਵੰਤ ਸਿੰਘ ਮਾਨ ਹੈ ਪਰ ਕੰਟਰੋਲ ਸਾਰਾ ਦਿੱਲੀ ਕੋਲੇ ਹੈ। ਤੇ ਪੰਜਾਬੀਆਂ ਦਾ ਮੁੱਖ ਤੌਰ ਦੇ ਉੱਤੇ ਜਿਹੜਾ ਹੈਗਾ ਆਪਣਾ ਕਰੂਰਾ ਉਹ ਦਿੱਲੀ ਨਾਲ ਕਦੇ ਰਲਿਆ ਨਹੀਂ, ਟਕਰਾਈ ਹੈ ਕਿਸਮ ਦਾ ਦਿੱਲੀ ਨਾਲ। ਇਹਨਾਂ ਹਾਲਾਤਾਂ ਦੇ ਵਿੱਚ ਰੀਜਨਲ ਪਾਰਟੀ ਦੀ ਲੋੜ ਹੈ ਤੇ ਉਹ ਅਕਾਲੀ ਦਲ ਹੈ। ਸੋ ਮੇਰੇ ਖਿਆਲ ਮੁਤਾਬਕ ਅਕਾਲੀ ਦਲ ਨੂੰ ਕੋਈ ਖਤਰਾ ਨਹੀਂ। ਅਕਾਲੀ ਦਲ ਮੁੜ ਸੁਰਜੀਤ ਹੋ ਸਕਦਾ ਹੈ। ਔਰ ਜਿਹੜੇ ਲੋਕ ਲੱਗੇ ਪਏ ਆ ਉਹ ਇਸੇ ਕਰਕੇ ਲੱਗੇ ਹੋਏ ਆ ਕਿ ਆਪਾਂ ਅਕਾਲੀ ਦਲ ਨੂੰ ਮੁੜ ਸੁਰਜੀਤ ਕਰੀਏ ਤੇ ਬਾਦਲ ਪਰਿਵਾਰ ਨੂੰ ਲਾਂਭੇ ਕਰੀਏ। ਜਿਵੇਂ ਹੁਣ ਬਾਬਾ ਧੁੰਮਾ ਹੋ ਗਿਆ, ਜਗਮੀਤ ਸਿੰਘ ਬਰਾੜ ਹੋ ਗਿਆ, ਜਾਂ ਮਨਪ੍ਰੀਤ ਸਿੰਘ ਏਅਲੀ ਵਰਗੇ ਬੰਦੇ ਨੇ ਵੀ ਵੋਟ ਪਾਉਣ ਤੋਂ ਇਨਕਾਰ ਕਰਤਾ ਕਿ ਮੈਂ ਮੁਰਮੂ ਨੂੰ ਵੋਟ ਨਹੀਂ ਪਾਉਂਦਾ ਜੀ। ਸਾਡੇ ਨਾਲ ਰਹਿ ਮਸ਼ਵਰਾ ਹੀ ਨਹੀਂ ਕੀਤਾ ਸੀ ਤੁਸੀਂ। ਬੀਜੇਪੀ ਨੇ ਸਾਨੂੰ ਕੀ ਦਿੱਤਾ? ਸਾਡੀ ਲੀਡਰਸ਼ਿਪ ਅਸਮਰੱਥ ਰਹੀ ਹੈ। ਇਹਦੇ ਤੋਂ ਇਉਂ ਲੱਗਦਾ ਕਿ ਜਿਹੜਾ ਅਗਲਾ ਸਮਾਂ ਹੈ ਉਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਲਈ ਇੱਕ ਬਹੁਤ ਵੱਡੀ ਚੁਣੌਤੀ ਬਣ ਕੇ ਆ ਰਿਹਾ ਹੈ। ਹੁਣ ਦੇਖਣਾ ਕਿ ਇਸ ਚੁਣੌਤੀ ਦੇ ਵਿੱਚੋਂ ਬਾਦਲ ਸਾਹਿਬ ਨਿਕਲਦੇ ਕਿਵੇਂ ਹੈ। ਜੀ ਜੀ, ਨਸ਼ਿਆਂ ਵਿਰੁੱਧ ਮੁਹਿੰਮ ਜਿਹੜੀ ਹੈ, ਇੱਕ ਔਰਤ ਸਰਪੰਚ ਨੇ ਢਿੱਲੋਂ ਸਾਹਿਬ ਪ੍ਰਸ਼ਾਸਨ ਨੂੰ ਸ਼ੀਸ਼ਾ ਦਿਖਾਇਆ, ਉਸ ਮਹਿਲਾ ਸਰਪੰਚ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜੀ ਮਹਿਲਾ ਸਰਪੰਚ ਹੈ, ਬੀਬੀ ਦਾ ਨਾਂ ਹੈਗਾ ਜੀ ਗੁਰਪ੍ਰੀਤ ਕੌਰ ਜੀ। ਔਰ ਇਹ ਲੁਧਿਆਣੇ ਦਿਹਾਤੀ, ਜਿਹੜਾ ਲੁਧਿਆਣਾ ਦਿਹਾਤੀ ਜ਼ਿਲ੍ਹਾ ਹੈ ਪੁਲਿਸ ਦਾ, ਉਹਦੇ 'ਚ ਪੈਂਦਾ ਪਿੰਡ ਮੜਿਆਣੀ, ਉੱਥੋਂ ਦੀ ਰਹਿਣ ਵਾਲੀ ਹੈ। 3 ਸਾਲਾਂ ਤੋਂ ਇਹ ਪਿੰਡ ਦੀ ਸਰਪੰਚ ਹੈ ਜੀ। 2019 ਦੇ ਵਿੱਚ ਇਹ ਸਰਪੰਚ ਬਣ ਗਈ ਸੀ। ਔਰ ਉਦੋਂ ਤੋਂ, ਕਿਉਂਕਿ ਤੁਹਾਨੂੰ ਪਤਾ, ਮੇਰਾ ਨਹੀਂ ਖਿਆਲ ਪੰਜਾਬ ਦਾ ਕੋਈ ਪਿੰਡ ਅਜਿਹਾ ਹੋਊਗਾ ਜਿੱਥੇ ਨਸ਼ੇ ਪੱਤੇ ਦਾ ਕੰਮ ਨਾ ਚੱਲਦਾ ਹੋਵੇ ਜੀ। ਲਗਭਗ ਹਰੇਕ ਪਿੰਡ ਦੇ ਵਿੱਚ, ਹਰੇਕ ਮਹੱਲੇ ਦੇ ਵਿੱਚ ਇਹ ਕੰਮ ਚੱਲਦਾ ਹੈ। ਸੋ ਉਦੋਂ ਤੋਂ ਇਹ ਬੀਬੀ ਦੇ ਕੋਲੇ ਜਿਹੜੀਆਂ ਸ਼ਿਕਾਇਤਾਂ ਵਗੈਰਾ ਆ ਰਹੀਆਂ ਸੀ ਕਿ ਜੀ ਆਹ ਕਰੋ, ਤੇ ਇਹ ਵਿਚਾਰੀ ਥਾਣੇ ਵਾਲਿਆਂ ਨੂੰ ਕਹਿੰਦੀ ਜੀ ਇੱਥੇ ਆਹ ਕਰੋ। ਥਾਣੇ ਵਾਲੇ ਕੁਛ ਕਰਦੇ ਕਰਾਉਂਦੇ ਨਹੀਂ ਸੀ। ਹੁਣ ਉਸ ਪਿੰਡ ਦੇ ਵਿੱਚ ਇੱਕ ਜਿਹੜਾ ਹੈਗਾ, ਪਿੰਡ ਵਾਸੀਆਂ ਨੇ ਆਪਣਾ WhatsApp ਗਰੁੱਪ ਬਣਾਇਆ ਹੋਇਆ ਹੈ ਜੀ। ਤੇ ਉਸ WhatsApp ਗਰੁੱਪ ਦੇ ਰਾਹੀਂ ਬੀਬੀ ਨੂੰ ਮਿਹਣੇ ਦੇਣੇ ਸ਼ੁਰੂ ਕਰ ਦਿੱਤੇ, ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰਤੀਆਂ ਕਿ ਬੀਬੀ ਤੂੰ ਵੀ ਰਲੀ ਵੀ ਹੈ ਇਹਨਾਂ ਦੇ ਨਾਲ, ਸਰਪੰਚ ਸਾਹਿਬ ਹੈ ਤੁਹਾਡੀ ਮਿਲੀ ਭੁਗਤ ਦੇ ਨਾਲ ਨਸ਼ਾ ਵਿਕਦਾ ਹੈ ਜੀ। ਉਹ ਵਿਚਾਰੀ ਫਿਰ ਕਾਫੀ ਡਾਢੀ ਔਖੀ ਹੋਈ। ਔਰ ਉਹਨੇ ਪੰਚਾਇਤ ਦੇ ਜਿਹੜੇ ਲੋਕ ਸੀ, ਉਹਨੇ ਬਾਕੀ ਮੈਂਬਰ ਪੰਚਾਇਤ ਸੀਗੇ ਜਿਹੜੇ, ਉਹਨੂੰ ਬੁਲਾਇਆ ਤੇ ਬੁਲਾ ਕੇ ਕਿਹਾ ਵੀ ਹੁਣ ਆਪਾਂ ਨੂੰ ਆਪ ਹੀ ਕੁਛ ਕਰਨਾ ਚਾਹੀਦਾ ਹੈ। ਪ੍ਰਸ਼ਾਸਨ ਕੁਛ ਨਹੀਂ ਕਰਦਾ, ਸਰਕਾਰ ਕੁਛ ਨਹੀਂ ਕਰਦੀ, ਪੁਲਿਸ ਕੁਛ ਨਹੀਂ ਕਰਦੀ, ਜੀ। ਚਲੋ ਆਪਾਂ ਆਪ ਹੀ ਕਰ ਲਈਏ। ਚਲੋ ਉਹਨਾਂ ਨੇ ਇੱਧਰ ਉੱਧਰ ਕੁਛ ਬੰਦੇ ਆਪਦੇ ਨਾਲ ਹੋਰ ਲਏ ਤੇ ਆਪ ਹੀ ਛਾਪੇ ਮਾਰਨੇ ਸ਼ੁਰੂ ਕਰਤੇ। ਜਿਹੜੇ ਲੋਕ ਨਸ਼ਿਆਂ ਦਾ ਕਾਰੋਬਾਰ ਕਰਦੇ ਸੀ ਉਹਨਾਂ ਦੇ ਘਰਾਂ ਤੱਕ ਪਹੁੰਚ ਗਈ। ਘਰਾਂ ਦੀਆਂ ਤਲਾਸ਼ੀਆਂ ਲੱਗੀਆਂ ਜਾ ਕੇ। ਬਹੁਤ ਸਾਰੇ ਘਰਾਂ ਦੇ ਵਿੱਚੋਂ, ਜਿਨ੍ਹਾਂ ਘਰਾਂ ਦੇ ਉੱਤੇ ਸ਼ੱਕ ਸੀ, ਬਹੁਤ ਸਾਰਿਆਂ ਦਾ ਭਾਵ ਇਹ ਹੈ ਕਿ ਜਿਹੜੇ ਕਾਰੋਬਾਰ ਕਰਦੇ ਸੀ, ਜੀ, ਟੋਟਲ ਪਿੰਡ ਨਹੀਂ, ਉਹਨਾਂ ਦੇ ਵਿੱਚੋਂ ਜਿਹੜੇ ਕਾਰੋਬਾਰ ਕਰਨ ਵਾਲਿਆਂ 'ਚ ਬਹੁਤੇ ਘਰ ਸੀ, ਉੱਥੇ ਰੇਡਾਂ ਕੀਤੀਆਂ ਤੇ ਉੱਥੋਂ ਦੀ ਫਿਰ ਜੋ ਕੁਛ ਬਰਾਮਦ ਹੋਇਆ, ਸਰਿੰਜਾਂ ਬਰਾਮਦ ਹੋਈਆਂ ਜੀ, ਜਿਹੜੀਆਂ ਉਹ ਟੀਕੇ ਲਾਉਣ ਵਾਸਤੇ ਇਸਤੇਮਾਲ ਕਰਦੇ ਹੁੰਦੇ ਆ, ਉੱਥੋਂ ਹੁੱਕਾਂ ਬਰਾਮਦ ਹੋਈਆਂ, ਹੋਰ ਬੜਾ ਸਮਾਨ ਬਰਾਮਦ ਹੋ ਗਿਆ। ਔਰ ਉਹਦੀ ਵੀਡੀਓ ਬਣ ਗਈ ਨਾਲ ਦੀ ਨਾਲ ਹੀ। ਜੀ। ਉਹ ਵੀਡੀਓ ਜਿਹੜੀ ਜਦੋਂ ਸੋਸ਼ਲ ਮੀਡੀਆ 'ਤੇ ਪਾਤੀ ਤੇ ਫਿਰ ਉਹ ਵਾਇਰਲ ਇੰਨੀ ਜ਼ਿਆਦਾ ਹੋ ਗਈ, ਇੰਨੀ ਜ਼ਿਆਦਾ ਵਾਇਰਲ ਹੋ ਗਈ ਕਿ ਫਿਰ ਪੁਲਿਸ ਦੀ ਵੀ ਨੀਂਦ ਖੁੱਲ੍ਹ ਗਈ। ਜੀ। ਪੜ੍ਹਨੇ ਪਾਤਾ ਪੁਲਿਸ ਨੂੰ ਵੀ। SPS ਪਰਮਾਰ ਜਿਹੜੇ IG ਹੈ ਲੁਧਿਆਣਾ ਰੇਂਜ ਦੇ, ਜੀ, ਉਹਨਾਂ ਨੇ ਜੀ ਫਿਰ ਉੱਥੋਂ ਨਾਲ ਦੀ ਨਾਲ ਦੇਖਿਆ ਵੀ ਤਾਂ ਗੱਲ ਬੜੀ ਗੜਬੜ ਹੋ ਗਈ ਤੇ ਹੁਣ ਸਾਨੂੰ ਕੁਛ ਕਰਨਾ ਚਾਹੀਦਾ ਹੈ। ਲਓ ਜੀ, SPS ਪਰਮਾਰ ਨੇ 14 ਗੈਜ਼ਟਡ ਅਫਸਰਾਂ ਨੂੰ ਤੇ 120 ਪੁਲਿਸ ਕਰਮਚਾਰੀਆਂ ਨੂੰ ਨਾਲ ਲਿਆ ਤੇ ਉਹ ਆ ਗਏ ਉਸ ਪਿੰਡ ਦੇ ਵਿੱਚ। ਜੀ। ਆ ਕੇ ਉਸ ਪਿੰਡ ਦੇ ਵਿੱਚੋਂ ਬੀਬੀ ਨੂੰ ਕਹਿੰਦੇ ਜੀ ਆਓ ਅਸੀਂ ਸਹਿਯੋਗ ਕਰਨ ਵਾਸਤੇ ਆਏ। ਉਹ ਕਹਿੰਦੀ ਆਓ ਭਾਈ ਜੀ ਆਇਆਂ ਨੂੰ, ਮੈਨੂੰ ਤਾਂ 3 ਸਾਲ ਹੋ ਗਏ ਸਹਿਯੋਗ ਮੰਗੀ ਜਾਂਦੀ ਨੂੰ, ਤੁਸੀਂ ਸਹਿਯੋਗ ਦਿੱਤਾ ਹੀ ਨਹੀਂ ਤੇ ਹੁਣ ਸਾਨੂੰ ਤਾਂ ਆਪਦੀ ਆਪ ਹੀ ਅੱਖ ਚੱਬਣਾ ਪਿਆ, ਪਿੰਡ ਦੇ ਵਿੱਚ ਵਿਰੋਧ ਖੜਾ ਕਰਨਾ ਪੈ ਗਿਆ। ਜੀ। ਉਹਨਾਂ ਨੇ ਕਿਹਾ ਜੀ, ਫਿਰ ਉਹਨਾਂ ਨੇ ਰੇਡਾਂ ਰੂਡਾਂ ਵੀ ਕੀਤੀਆਂ, ਕੁਛ ਬੰਦੇ ਫੜੇ ਵੀ, ਸਾਰਾ ਕੁਛ ਕੀਤਾ ਕਰਾਇਆ। ਹੁਣ ਪਰਮਾਰ ਸਾਹਿਬ ਨੇ ਕਿਹਾ ਕਿ ਸਾਡੀ ਭੈਣ ਨੇ, ਜੀ, ਤੁਸੀਂ ਦੇਖੋ ਕਿ ਉਸ ਬੀਬੀ ਦਾ ਕਿੱਡਾ ਵੱਡਾ ਉਹਦਾ ਕੰਮ ਸੀ ਕਿ ਸਾਡੀ ਭੈਣ ਨੇ ਸਾਨੂੰ ਜੋ ਇਨਫੋਰਮੇਸ਼ਨ ਦਿੱਤੀ ਹੈ, ਜੋ ਸਾਨੂੰ ਸੁਝਾਅ ਦਿੱਤੇ, ਅਸੀਂ ਤੇ ਅਮਲ ਕਰਾਂਗੇ ਔਰ ਇਹਦੇ 'ਤੇ ਅਮਲ ਕਰਕੇ ਅਸੀਂ ਨਸ਼ੇ ਦਾ ਖਾਤਮਾ ਕਰਾਂਗੇ। ਤੇ ਲੁਧਿਆਣਾ ਦਿਹਾਤੀ ਜ਼ਿਲ੍ਹਾ ਜਿਹੜਾ, ਉਹ ਕਹਿੰਦੇ ਵੀ ਇਹ ਸਾਰੇ ਜ਼ਿਲ੍ਹੇ ਦੇ ਵਿੱਚ ਅਸੀਂ ਵਿਸ਼ੇਸ਼ ਕੰਪੇਨ ਚਲਾ ਰਹੇ ਹਾਂ। ਔਰ ਲੁਧਿਆਣਾ ਦਿਹਾਤੀ ਦੇ ਵਿੱਚ ਜਿਹੜੇ ਹੈਗੇ ਕਾਫੀ ਸਾਰੇ ਪਿੰਡ ਹੈ ਔਰ ਉਹਨਾਂ ਸਾਰੇ ਪਿੰਡਾਂ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਜਾ ਕੇ ਪੂਰੀ ਜਿਹੜੀ ਇੱਕ ਮੁਹਿੰਮ ਚਲਾ ਕੇ ਲੋਕਾਂ ਨੂੰ ਨਸ਼ਾ ਮੁਕਤ ਵੀ ਕਰਾਂਗੇ ਤੇ ਜਿਹੜੇ ਲੋਕ ਨਸ਼ਾ ਵੇਚਦੇ ਹੈ ਉਹਨਾਂ ਨੂੰ ਫੜ ਕੇ ਅਸੀਂ ਜੇਲ੍ਹਾਂ 'ਚ ਬੰਦ ਵੀ ਕਰਾਂਗੇ। 270 ਪਿੰਡ ਹੈ ਲੁਧਿਆਣਾ ਦਿਹਾਤੀ ਦੀ। ਜੀ। 270 ਪਿੰਡਾਂ ਦੇ ਵਿੱਚ ਕਹਿੰਦੇ ਹੁਣ ਅਸੀਂ ਗੈਜ਼ਟਡ ਅਫਸਰਾਂ ਦੀ ਡਿਊਟੀ ਲਾਉਣੀ ਕਿ ਤੁਸੀਂ ਰਿਸਪੌਂਸੀਬਲ ਹੋਵੋਗੇ। ਸੋ ਕੁੱਲ ਮਿਲਾ ਕੇ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਕਿ ਭਗਵੰਤ ਸਿੰਘ ਮਾਨ ਨੇ ਕਹਿਤਾ ਅਸੀਂ ਨਸ਼ਾ ਮੁਕਤ ਕਰ ਦਿਆਂਗੇ। ਨਸ਼ਾ ਮੁਕਤ ਕਿਸੇ ਮੁੱਖ ਮੰਤਰੀ ਦੇ ਕਹਿਣ ਨਾਲ ਨਹੀਂ ਹੁੰਦਾ। ਜੀ। ਜੇ ਲੋਕ ਖੜੇ ਹੋਣਗੇ, ਜੇ ਸਮਾਜ ਖੜਾ ਹੋਊਗਾ ਤੇ ਲੋਕਾਂ ਦੀ ਸ਼ਨਾਖਤ ਕੀਤੀ ਜਾਊ, ਕੋਈ ਮਾੜਾ ਕੰਮ ਕਰਦੇ ਆ ਉਹਨਾਂ ਨੂੰ ਫੜਿਆ ਜਾਊਗਾ।
ਜਿਹੜੇ ਲੋਕ ਨਸ਼ਾ ਪੱਤਾ ਕਰਦੇ ਉਹਨਾਂ ਦਾ ਇਲਾਜ ਕਰਾਇਆ ਜਾਊਗਾ ਤਾਂ ਜਾ ਕੇ ਨਸ਼ਾ ਖਤਮ ਹੋਣਾ ਹੈ। ਅਸੀਂ ਵਧਾਈ ਦਿੰਦੇ ਹਾਂ ਬੀਬੀ ਸਰਪੰਚ ਨੂੰ, ਮੜਿਆਣੀ ਪਿੰਡ ਦੀ ਸਰਪੰਚ ਆ ਗੁਰਪ੍ਰੀਤ ਕੌਰ, ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਔਰ ਕਰਦੇ ਰਹੋ। ਇਹਦੇ ਤੋਂ ਹੋਰ ਵੀ ਜਿਹੜੀਆਂ ਪੰਚਾਇਤਾਂ ਤੇ ਸਰਪੰਚ ਸਾਹਿਬ ਆਏ ਜਿਹੜੇ ਉਹ ਪ੍ਰੇਰਨਾ ਲੈਣਗੇ ਤੇ ਆਪੋ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਰਵਾਉਣ ਵਾਸਤੇ ਕੰਮ ਕਰਨਗੇ। ਉਹ ਇੱਕ ਨਾਰਾ ਲਾਉਂਦੇ ਹੁੰਦੇ ਆ ਕਿਸਾਨ ਯੂਨੀਅਨ ਵਾਲੇ ਵੀ ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ। ਇਹ ਜਿਹੜੀ ਹੈਗੀ ਨਸ਼ਿਆਂ ਤੋਂ ਬਚਾਉਣ ਵਾਸਤੇ ਤੁਹਾਨੂੰ ਵੀ ਪਹਿਰੇਦਾਰ ਬਣਨਾ ਪੈਣਾ ਪਿੰਡਾਂ ਦਾ। ਆਪਣੀ ਰਾਖੀ ਆਪ ਕਰੋ, ਇਕੱਲਾ ਸਰਕਾਰਾਂ ਤੋਂ ਨਹੀਂ। ਕਈ ਚਲੋ ਕਿ ਸਰਕਾਰਾਂ ਆਉਣਗੀਆਂ, ਭਗਵੰਤ ਸਿੰਘ ਮਾਨ ਆਊਗਾ ਕਿ ਉਹ ਕੁਛ ਕਰੂਗਾ। ਭਗਵੰਤ ਸਿੰਘ ਮਾਨ ਨੇ ਵੀ ਉਸੇ ਮਸ਼ੀਨਰੀ ਨੂੰ ਕਹਿਣਾ ਜਿਹੜੀ ਮਸ਼ੀਨਰੀ ਪਹਿਲਾਂ ਅਕਾਲੀਆਂ ਵੇਲੇ ਵੀ ਕੰਮ ਕਰਦੀ ਰਹੀ ਹੈ, ਉਹੀ ਮਸ਼ੀਨਰੀ ਕਾਂਗਰਸ ਵੇਲੇ। ਮਸ਼ੀਨਰੀ ਤਾਂ ਚੇਂਜ ਨਹੀਂ ਹੋਈ, ਮਸ਼ੀਨਰੀ ਤਾਂ ਉਹੀ ਹੈ। ਸੋ ਆਪ ਹਿੰਮਤ ਕਰੋ ਤਾਂ ਹੀ ਆਪਾਂ ਨਸ਼ਾ ਮੁਕਤ ਕਰ ਸਕਦੇ ਹਾਂ ਜੀ। ਬਿਲਕੁਲ। ਢਿੱਲੋਂ ਸਾਹਿਬ, ਅੱਜ ਦੀਆਂ ਚਰਚਿਤ ਖਬਰਾਂ ਤੇ ਤੁਹਾਡੀ ਟੀਕਾ ਟਿੱਪਣੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਸ਼ੁਕਰੀਆ। ਇਹ ਸਨ ਬਖਤੌਰ ਸਿੰਘ ਜੀ ਢਿੱਲੋਂ, ਸੀਨੀਅਰ ਪੱਤਰਕਾਰ, ਜੋ ਚਰਚਿਤ ਖਬਰਾਂ ਤੇ ਟੀਕਾ ਟਿੱਪਣੀ ਕਰ ਰਹੇ ਸੀ। ਤੇ ਦੋਸਤੋ, ਨਿੱਜੀ ਰੁਝੇਵਿਆਂ ਕਰਕੇ, ਕੁਝ ਨਿੱਜੀ ਕਾਰਨਾਂ ਕਰਕੇ ਅੱਜ ਦਾ ਇਹ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ ਦਲਬੀਰ ਬਰਾੜ ਚਾਹੁੰਦਾ। ਤੁਹਾਡੇ ਤੋਂ ਆ ਗਿਆ, ਰੱਬ ਰੱਖਾ। ਸ਼ਮਾਦਾਨ।